ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਖਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਐਬਰੋਡ, ਜਿਸ ਦੇ ਵਿੱਚ ਗੱਲਬਾਤ ਹੁੰਦੀ ਹੈ ਕਿ ਬਾਹਰ ਕਿਵੇਂ ਜਾਣਾ ਹੈ, ਕਿਹੜੀਆਂ ਗਾਈਡਲਾਈਨਸ ਨੇ, ਕੀ ਗੱਲਾਂ ਹੈ, ਕੀ ਚਾਹੀਦਾ ਹੈ। ਉਹ ਸਾਰੀਆਂ ਸਵਾਲਾਂ ਦੇ ਜਵਾਬ ਜਿਹੜੇ ਨੇ ਤੁਹਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਮਿਲ ਜਾਂਦੇ ਨੇ। ਸੋ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲ ਤੋਂ ਅਰਵਿੰਦਰਪਾਲ ਜੀ। ਸਵਾਗਤ ਹੈ ਸਰ ਬਹੁਤ-ਬਹੁਤ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਮੈਮ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੇ ਗੱਲ ਕਰ ਲਈਏ ਅਮਰੀਕਾ ਦੀ, ਪਹਿਲਾਂ ਤਾਂ ਅਮਰੀਕਾ ਜਾਣ ਵਾਸਤੇ ਲੋਕਾਂ ਦੇ ਨਾ ਦਿਮਾਗ ਦੇ ਵਿੱਚ ਹੁੰਦਾ ਹੈ ਕਿ ਪਤਾ ਨਹੀਂ ਮੈਨੂੰ ਕੀ ਚਾਹੀਦਾ ਹੈ, ਪਤਾ ਨਹੀਂ ਕਿਹੜੇ ਡਾਕੂਮੈਂਟਸ ਹੋਣਗੇ ਤਾਂ ਮੇਰਾ ਵੀਜ਼ਾ ਜਿਹੜਾ ਈਜ਼ੀਲੀ ਲੱਗ ਜਾਊਗਾ। ਉਹਦੇ ਵਾਸਤੇ ਕੀ ਚਾਹੀਦਾ ਹੁੰਦਾ ਹੈ? ਮੈਮ ਇਹਦੇ ਲਈ ਸਮਝ ਹੋਣੀ ਬਹੁਤ ਸੌਖੀ ਆ, ਔਰ ਜਿੱਦਾਂ ਅਸੀਂ ਬਾਕੀ ਸਾਰੇ ਕੰਟਰੀਜ਼ ਨੂੰ ਟਰੀਟ ਕਰਦੇ ਹਾਂ, ਬਿਕੋਜ਼ ਤੁਸੀਂ ਕਿਸੇ ਵੀ ਕੰਟਰੀ ਵਿੱਚ ਜਾਂਦੇ ਹੋ ਤੁਹਾਨੂੰ ਬਹੁਤ ਸਾਰੇ ਕਾਗਜ਼ ਚਾਹੀਦੇ ਨੇ, ਬਿਕੋਜ਼ ਉਹਨਾਂ ਅੰਬੈਸੀਜ਼ ਦੀ ਸਮਝ ਜਿਹੜੀ ਜਾਂ ਅਸੈਸਮੈਂਟ ਦਾ ਤਰੀਕਾ ਉਹਦੇ ਨਾਲੋਂ US ਬਿਲਕੁਲ ਟੋਟਲੀ ਵੱਖਰਾ ਆ ਜੀ। ਸਾਨੂੰ ਕਨਫਿਊਜ਼ਨ ਇਹ ਰਹਿੰਦੀ ਹੈ ਬਿਕੋਜ਼ ਜਿੰਨੇ ਵੀ ਕੰਸਲਟੈਂਟ ਨੇ ਉਹ ਵੀ ਸਾਰੇ ਅਲੱਗ-ਅਲੱਗ ਮੁਲਕਾਂ ਨੂੰ ਜਦੋਂ ਡੀਲ ਕਰਦੇ ਨੇ। ਸਪੋਜ਼ ਮੈਂ ਅਗਰ UK ਨੂੰ ਕੇਸ ਫਾਈਲ ਕਰ ਰਿਹਾ, ਮੈਂ ਆਸਟ੍ਰੇਲੀਆ ਨੂੰ ਕੇਸ ਫਾਈਲ ਕਰ ਰਿਹਾ, ਮੈਂ ਕੈਨੇਡਾ ਨੂੰ ਕੇਸ ਫਾਈਲ ਕਰ ਰਿਹਾ ਜੀ, ਤੇ ਐਜ਼ ਏ ਕੰਸਲਟੈਂਟ ਮੇਰੀ ਸਮਝ ਉਹਨਾਂ ਮੁਲਕਾਂ ਵਾਲੀ ਰਹੇਗੀ ਤਾਂ ਉਸੇ ਟਰੀਟਮੈਂਟ 'ਚ ਹੀ ਮੈਂ US ਵੱਲ ਨੂੰ ਹੋ ਗਿਆ ਕਿ ਸ਼ਾਇਦ ਇਸੇ ਤਰੀਕੇ ਨਾਲ ਹੀ ਦੁਨੀਆ ਚੱਲਣੀ ਹੈ ਜੀ। US ਦਾ ਟਰੀਟਮੈਂਟ, US ਦਾ ਅਸੈਸਮੈਂਟ, US ਦਾ ਵੀਜ਼ਾ ਪ੍ਰੋਸੈਸ ਕਰਨ ਦਾ ਤਰੀਕਾ ਬਾਕੀ ਸਾਰੇ ਕੰਟਰੀਜ਼ ਨਾਲੋਂ ਵੱਖ ਹੈ। ਓਕੇ, ਸੋ ਤੁਸੀਂ ਇਹ ਸਮਝ ਲਓ ਕਿ US ਦੇ ਵਿੱਚ ਤੁਹਾਡਾ ਖਰਚਾ ਸਭ ਤੋਂ ਘੱਟ ਲੱਗਦਾ ਆ। ਬਾਕੀ ਸਾਰੇ ਮੁਲਕਾਂ ਵਿੱਚ ਤੁਹਾਨੂੰ ਪੰਡ ਕਾਗਜ਼ਾਂ ਚਾਹੀਦੇ, ਤੁਹਾਨੂੰ ਵੈਲੂਏਸ਼ਨਸ ਚਾਹੀਦੀਆਂ ਨੇ, CA ਰਿਪੋਰਟਸ ਚਾਹੀਦੀਆਂ ਨੇ, ਤੁਹਾਨੂੰ ਬਹੁਤ ਸਾਰੀ ਅਥੈਂਟੀਕੇਸ਼ਨ, ਟਰਾਂਸਲੇਸ਼ਨਸ, ਸੋ ਕਈ ਤਰ੍ਹਾਂ ਦੇ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਪ੍ਰੂਵ ਕਰਨ ਲਈ ਕਿ ਤੁਹਾਡੀਆਂ ਸੋਸ਼ਲ ਟਾਈਜ਼ ਇੱਥੇ ਤਕੜੀਆਂ ਨੇ ਜਾਂ ਤੁਹਾਡੀਆਂ ਇਕਨੋਮਿਕ ਟਾਈਜ਼ ਇੱਥੇ ਤਕੜੀਆਂ ਨੇ। ਸੋ ਇਹ ਚੀਜ਼ਾਂ ਸਿੱਧ ਕਰਨੀਆਂ ਬਾਕੀ ਸਾਰੇ ਅੰਬੈਸੀਜ਼ ਦੇ ਵਿੱਚ ਕਾਗਜ਼ਾਂ ਨੇ ਹੁੰਦੀਆਂ। ਓਕੇ, US ਦੇ ਵਿੱਚ ਕੀ ਹੁੰਦਾ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਸਿੱਧ ਕਰ ਸਕਦੇ ਹੋ, ਉਹ ਵੀ ਕਾਗਜ਼ਾਂ ਦੇ ਢੇਰ ਤੋਂ ਬਿਨਾਂ। ਸੋ ਕੁਝ ਜ਼ਰੂਰੀ ਕਾਗਜ਼ ਜ਼ਰੂਰ ਹੋ ਸਕਦੇ ਨੇ ਜੋ ਕਿ ਨਾ ਮਾਤਰ ਨੇ, ਪਰ ਜਿਹੜਾ ਬੇਸਿਕ ਸਟੋਰੀ ਆ ਉਹ ਹੈ ਕਿ ਕਾਗਜ਼ਾਂ ਦਾ ਢੇਰ ਇੱਥੇ ਨਹੀਂ ਲੱਗਦਾ ਜਿੱਦਾਂ ਬਾਕੀ ਸਾਰੇ ਮੁਲਕਾਂ 'ਚ ਲੱਗਦਾ ਹੈ। ਬਿਲਕੁਲ। ਸੋ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਟਰਾਂਸਲੇਸ਼ਨਸ, ਨੋਟਰੀਜ਼, ਜਿਹੜੇ ਤੁਹਾਡੇ ਵੈਲੂਏਸ਼ਨਸ, ਤੁਹਾਡੀਆਂ ਲਾਈਕ ਸਰਟੀਫਾਈਡ ਰਿਪੋਰਟ, CA ਰਿਪੋਰਟਸ, ਇੱਦਾਂ ਦੇ ਕੋਈ ਡਾਕੂਮੈਂਟ ਨਹੀਂ ਲੱਗਦੇ ਜੀ। ਸੋ ਐਪਲੀਕੈਂਟ ਦਾ ਖਰਚਾ ਮਿਨੀਮਮ ਰਹਿੰਦਾ ਇਹਨਾਂ ਮੁਲਕਾਂ ਦੇ ਵਿੱਚ ਜੀ। ਸੋ ਬਾਕੀ ਮੁਲਕਾਂ ਵਾਂਗੂ ਜਿੱਦਾਂ ਤੁਸੀਂ ਕਿਸੇ ਵੀ ਮੁਲਕ ਵਿੱਚ ਜਾਂਦੇ ਹੋ, ਕਿਸੇ ਵੀ ਅੰਬੈਸੀ ਦੇ ਵਿੱਚ ਫਿਜ਼ੀਕਲ ਅਪੀਅਰੈਂਸ ਨਹੀਂ ਹੈਗੀ ਇੰਟਰਵਿਊਜ਼ ਦੀ ਜੀ। ਬਹੁਤ ਰੇਅਰ ਆ ਕਿ ਕਿਸੇ ਕੇਸ ਦੇ ਵਿੱਚ ਤੁਹਾਨੂੰ ਅੰਬੈਸੀ ਬੁਲਾ ਲਿਆ ਜਾਵੇ ਤੇ ਤੁਹਾਡੇ ਨਾਲ ਫਿਜ਼ੀਕਲ ਟਰੀਟਮੈਂਟ ਹੋਵੇ ਜਾਂ ਤੁਹਾਡੇ ਨਾਲ ਗੱਲਬਾਤ ਅੰਬੈਸੀ ਕਰੇ। ਬਹੁਤ ਸਾਰੇ ਕੰਟਰੀਜ਼ ਨੇ ਜਿਹੜੇ ਟੈਲੀਫੋਨਿਕ ਵੈਰੀਫਿਕੇਸ਼ਨਸ ਕਰ ਲੈਂਦੇ ਆ ਕਿ ਐਪਲੀਕੈਂਟ ਨਾਲ ਗੱਲ ਕਰ ਲਈ, ਸਟੂਡੈਂਟ ਨਾਲ ਗੱਲ ਕਰ ਲਈ, ਤੇ ਜੇ ਲੋੜ ਪਈ ਤੇ ਠੀਕ ਹੈ ਸ਼ੱਕ ਸੀ ਮਨ 'ਚ ਕੱਢ ਲਿਆ, ਨਹੀਂ ਤੇ ਕਾਗਜ਼ ਬੋਲਦੇ ਨੇ ਆਪਣੀ ਭਾਸ਼ਾ। ਓਕੇ, ਔਰ ਇਸੇ ਚੱਕਰ 'ਚ ਬਹੁਤ ਸਾਰੇ ਸਾਡੇ ਲੋਕ US ਅੰਬੈਸੀ ਤੋਂ ਰਿਫਿਊਜ਼ ਵੀ ਹੁੰਦੇ ਨੇ ਬਿਕੋਜ਼ ਜਦੋਂ ਵੀਜ਼ਾ ਅਫਸਰ ਦੇ ਸਾਹਮਣੇ ਜਾਂਦੇ ਨੇ, ਵੀ ਹੈਵ ਦਿਸ ਟੈਂਡੈਂਸੀ ਕਿ ਅਸੀਂ ਸਾਡੇ ਕੋਲ ਰੁੱਗ ਕਾਗਜ਼ਾਂ ਦਾ ਆ, ਔਰ ਸਾਡੀ ਇੰਟਰਨਲ ਮਨੋਦਸ਼ਾ ਇੱਦਾਂ ਦੀ, ਅਸੀਂ ਕਹਿੰਦੇ ਲੈ ਭਾਈ ਸਭ ਕੁਝ ਹੈਗਾ, ਫੜ ਲਾ, ਕੱਢ ਲਾ ਇੱਚੋਂ ਜੀ। ਔਰ ਵੀਜ਼ਾ ਆਫਿਸਰ ਦੀ ਟਰੀਟਮੈਂਟ ਅਲੱਗ ਤਰੀਕੇ ਨਾਲ, ਉਹਨੇ ਉਹ ਪੈਕਟ ਜਾਂ ਫੜਿਆ ਨਹੀਂ ਜਾਂ ਉਹਨੇ ਕਹਿਤਾ ਜੀ ਇਹਨੂੰ ਸਾਈਡ ਤੇ ਰੱਖ ਦਿਓ, ਹਾਂ ਤੁਸੀਂ ਦੱਸੋ। ਓਕੇ, ਸੋ ਬਹੁਤ ਸਾਰੀ ਕਨਫਿਊਜ਼ਨ ਜਿਹੜੇ ਵੀਜ਼ਾਸ ਰਿਫਿਊਜ਼ ਹੁੰਦੇ ਨੇ ਉਹ ਇਸੇ ਕਸ਼ਮਕਸ਼ 'ਚ ਹੁੰਦੇ ਨੇ। ਸੋ ਇਹ ਕੋਈ ਜੰਗ ਨਹੀਂ ਚੱਲ ਰਹੀ, ਵਾਕ ਯੁੱਧ ਨਹੀਂ ਚੱਲ ਰਿਹਾ, ਬਸ ਇਹ ਨਾਰਮਲ ਟੈਂਡੈਂਸੀ ਹੈ ਕਿ ਵੀ ਬਿਲੀਵ ਕਿ ਮੇਰੇ ਕੋਲ ਸਭ ਕੁਝ ਹੈਗਾ, ਜੋ ਵੀਜ਼ਾ ਅਫਸਰ ਨੂੰ ਚਾਹੀਦਾ ਲੈ ਲੂਗਾ ਮੇਰੇ ਕੋਲੋਂ। ਐਂਡ ਵੀਜ਼ਾ ਆਫਿਸਰ ਬਿਲੀਵਸ ਕਿ ਐਪਲੀਕੈਂਟ ਆਇਆ, ਵੀਜ਼ਾ ਅਪਲਾਈ ਕਰਨ ਆਇਆ, ਐਂਡ ਹੀ ਮਸਟ ਪ੍ਰੂਵ ਦਾ ਵੀਜ਼ਾ। ਸੋ ਇਹ ਦੋਨੋਂ ਸਿਚੁਏਸ਼ਨਸ ਅਲੱਗ-ਅਲੱਗ ਨੇ। ਸੋ ਅਲਟੀਮੇਟਲੀ ਲਾਇਬਿਲਿਟੀ ਵੀਜ਼ਾ ਪ੍ਰੂਵ ਕਰਨ ਦੀ ਉਹ ਐਪਲੀਕੈਂਟ ਦੇ ਉੱਪਰ ਖੁਦ ਆ। ਓਕੇ, ਸੋ ਇਸ ਕਰਕੇ ਕਾਗਜ਼ਾਂ ਦਾ ਸਹਾਰਾ ਸੈਕੰਡਰੀ ਆ। ਸੋ ਤੁਹਾਡੇ ਕੋਲੋਂ ਸਟੂਡੈਂਟ ਕੋਲੋਂ ਆ, ਉਹਦੇ ਕੋਲ ਲਾਈਕ DS 160 ਦੀ ਕਨਫਰਮੇਸ਼ਨ ਮੰਗੀ ਜਾਂਦੀ ਹੈ, ਕੋਈ I-20 ਮੰਗੀ ਜਾਂਦੀ ਹੈ, ਸਰਵਿਸ ਫੀਸ ਮੰਗੀ ਜਾਂਦੀ ਹੈ। ਬਾਕੀ ਬਹੁਤ ਸਾਰੇ ਕਾਗਜ਼ ਸਟੂਡੈਂਟ ਨੂੰ ਆਪ ਨੂੰ ਦਿਖਾਉਣੇ ਹੁੰਦੇ ਵੀ ਜੇ ਕਿਸੇ ਚੀਜ਼ ਦੀ ਲੋੜ ਆ, ਸਪੋਜ਼ ਮੇਰੇ ਕਰੀਅਰ 'ਚ, ਮੇਰੇ ਕਿਰਦਾਰ 'ਚ ਜਾਂ ਮੇਰੀ ਐਪਲੀਕੇਸ਼ਨ ਕੋਈ ਚੀਜ਼ ਇੰਪੋਰਟੈਂਟ ਆ, ਮੈਂ ਵੀਜ਼ਾ ਅਫਸਰ ਨੂੰ ਦਿਖਾਉਣੀ ਵੀ ਆ, ਤੇ ਉਹਦਾ ਅਲੱਗ ਤੋਂ ਤਰੀਕਾ ਹੈ ਕਿ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਪ੍ਰੂਵ ਕਰਦੇ ਹੋ। ਓਕੇ, ਸੋ ਇਹ ਬਾਕੀ ਕਾਗਜ਼ਾਂ ਵਾਲੀ ਸਟੋਰੀ ਨਹੀਂ ਹੈਗੀ ਕਿ ਤੁਸੀਂ ਧੱਕੇ ਨਾਲ ਕਾਗਜ਼ ਫੜਾਈ ਜਾਓਗੇ ਤੇ ਵੀਜ਼ਾ ਅਫਸਰ ਕਹੂਗਾ ਨਹੀਂ ਰੁਕ ਜਾ, ਮੈਂ ਨਹੀਂ ਵੇਖਣੇ ਜੀ। ਠੀਕ ਹੈ, ਸੋ ਇਸ ਚੀਜ਼ ਤੋਂ ਸਾਨੂੰ ਬਾਹਰ ਆਉਣਾ ਪੈਣਾ ਬਿਕੋਜ਼ US ਦੀ ਸਮਝ, ਮੈਂ ਫਿਰ ਦੱਸ ਰਿਹਾ, US ਦੀ ਸਮਝ ਬਾਕੀ ਸਾਰੇ ਮੁਲਕਾਂ ਤੋਂ ਅਲੱਗ ਹੈ ਜੀ। ਅੱਛਾ, ਕਈਆਂ ਨੂੰ ਐਵੇਂ ਹੋ ਜਾਂਦਾ ਹੈ ਕਿ ਮੇਰਾ 2 ਵਾਰੀ ਰਿਫਿਊਜ਼ ਹੋ ਗਿਆ ਵੀਜ਼ਾ ਜਾਂ 3 ਵਾਰੀ ਮੇਰਾ ਰਿਫਿਊਜ਼ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਨਹੀਂ ਲਵਾਉਣਾ, ਪਤਾ ਨਹੀਂ ਲੱਗਣਾ ਕਿ ਨਹੀਂ, ਉਹ ਕਿੰਨਾ ਕੁ ਜ਼ਿਆਦਾ ਸਹੀ ਆ? ਤੁਸੀਂ ਇਹ ਗੱਲ ਸਮਝੋ, ਇਹ ਬਹੁਤ ਕਾਮਨ ਹੈ ਚੀਜ਼ਾਂ, ਔਰ ਲੋਕ ਲਾਈਕ ਜਦੋਂ ਸਾਡੇ ਕੋਲ ਆਉਣਗੇ ਕਿਸੇ 10 ਰਿਫਿਊਜ਼ਲ ਨੇ, ਕਿਸੇ 9 ਰਿਫਿਊਜ਼ਲ ਦੇ, ਬਲੀਵ ਮੀ ਮਤਲਬ 13 14 ਰਿਫਿਊਜ਼ਲਸ ਵੀ ਹੁੰਦੇ ਆ। ਔਰ ਦਿਮਾਗ ਭਾਸ਼ਾ ਕੀ ਹੁੰਦੀ ਆ ਭਾਜੀ, ਇਸ ਵਾਰੀ ਨਾ ਰਿਸਕ ਨਹੀਂ ਲੈਣਾ। ਰਿਸਕ ਕਿਸ ਚੀਜ਼ ਦਾ ਜੀ, ਮਤਲਬ ਵੀਜ਼ਾ ਆਉਣਾ ਚਾਹੀਦਾ, ਰਿਸਕ ਨਹੀਂ ਲੈਣਾ ਜੀ। ਐਂਡ ਆਲਵੇਜ਼ ਸੇ ਕਿ ਯਾਰ ਰਿਸਕ ਹੁੰਦਾ ਕੋਈ ਚੀਜ਼ ਗਵਾਚੇ ਨਾ,
ਵੀ ਆਲਰੇਡੀ ਲੋਸਟ ਇਟ। ਜੀ ਅਸੀਂ ਤਾਂ ਟਰਾਈ ਕਰਨ ਲੱਗੇ ਕਿ ਸ਼ਾਇਦ ਆ ਜਾਵੇ, ਹਾਂਜੀ ਬਿਕੋਜ਼ ਰਿਸਕ ਵਾਲੀ ਭਾਸ਼ਾ ਨਹੀਂ ਆ। ਔਰ ਅਗਰ ਤੁਸੀਂ ਵੀਜ਼ਾ ਲੈਣਾ ਆ ਤੁਹਾਨੂੰ ਮਿਲੇਗਾ ਕਿੱਥੋਂ? ਅੰਬੈਸੀ ਤੋਂ। ਬਿਲਕੁਲ। ਸੋ ਇਫ ਯੂ ਵਾਂਟ ਟੂ ਲਰਨ ਸਵਿਮਿੰਗ ਯੂ ਨੀਡ ਟੂ ਡਾਈਵ ਇਨ। ਸੋ ਤਰੀਕਾ ਇਹੀ ਆ, ਅੰਬੈਸੀ ਵੀਜ਼ਾ ਦੇਗੀ, ਅੰਬੈਸੀ ਅਪੀਅਰ ਹੋਣਾ ਪੈਣਾ। ਹਾਂ, ਅਗਰ ਤੁਹਾਡੀਆਂ ਪਿਛਲੀਆਂ ਐਪਲੀਕੈਂਟ ਦੇ ਵਿੱਚ ਕੋਈ ਫਰੋਡੂਲੈਂਟ ਚੀਜ਼ਾਂ ਨਹੀਂ ਲਾਈਆਂ, ਸਪੋਜ਼ ਕਈ ਵਾਰੀ ਹੁੰਦਾ ਕਿ ਕਿਸੇ ਨੇ ਕੋਈ ਜਾਲੀ ਕਾਗਜ਼ ਲਾ ਤੇ ਕੋਈ ਚੀਜ਼ ਉਹੋ ਜਿਹੀ ਸਿੱਧ ਕਰਤੀ ਜਿਹੜੀ ਕਿ ਅੰਬੈਸੀ ਜਾ ਕੇ ਪਕੜੀ ਗਈ, ਉਹ ਸਮਝੋ ਲਾਈਫ ਟਾਈਮ ਬੈਨ ਆ। ਚਾਹੇ ਅੰਬੈਸੀ ਨੇ ਲਿਖਿਆ ਚਾਹੇ ਨਹੀਂ ਲਿਖਿਆ, ਉਹ ਐਪਲੀਕੈਂਟ ਨੂੰ ਦੁਬਾਰਾ ਨਹੀਂ ਜਾਣਾ ਚਾਹੀਦਾ। ਪਰ ਅਗਰ ਤੁਹਾਡੀ ਐਪਲੀਕੇਸ਼ਨ ਸੱਚ ਦੇ ਉੱਪਰ ਕਾਇਮ ਆ, ਤੁਹਾਡੇ ਕੋਲ ਕੋਈ ਚੀਜ਼ ਮੰਗੀ ਤੁਹਾਡੇ ਕੋਲ ਨਹੀਂ ਪ੍ਰੋਡਿਊਸ ਹੋਈ, ਜਾਂ ਕੋਈ ਚੀਜ਼ ਤੁਸੀਂ ਬੋਲਣਾ ਕੋਈ ਸੀ, ਤੁਸੀਂ ਕਹਿ ਕੁਛ ਦਿੱਤਾ, ਬਿਕੋਜ਼ ਅੰਬੈਸੀ ਦਾ ਪ੍ਰੈਸ਼ਰ ਹੁੰਦਾ ਕਈ ਵਾਰੀ, ਬਿਕੋਜ਼ ਤੁਸੀਂ 2 ਜਮਾ 2 4 ਬੋਲਣੇ ਹੁੰਦੇ, ਕਈ ਵਾਰੀ 2 ਜਮਾ 2 5 ਨਿਕਲ ਜਾਂਦੇ ਮੂੰਹੋਂ। ਸੋ ਅਲਟੀਮੇਟਲੀ ਟਰੁੱਥ ਇਹ ਹੈ ਕਿ ਤੈਨੂੰ 5 ਪ੍ਰੂਵ ਕਰਨੇ ਪੈਂਦੇ ਆ, ਰਾਈਟ? ਜਾਂ ਤੋਲ ਮੋਲ ਕੇ ਬੋਲੋ ਵੀ 2 ਜਮਾ 2 4 ਹੀ ਬੋਲੋ। ਸੋ ਇਹ ਤੁਹਾਡੀ ਆਪਣੀ ਟ੍ਰੇਨਿੰਗ ਆ ਕਿ ਤੁਸੀਂ ਆਪਣੇ ਮਾਈਂਡ ਨੂੰ ਕਿੰਨਾ ਟ੍ਰੇਨ ਕੀਤਾ ਹੋਇਆ, ਔਰ ਤੁਸੀਂ ਉਸ ਇੰਟਰਵਿਊ ਦਾ ਪ੍ਰੈਸ਼ਰ ਆਪਣੇ ਉੱਪਰ ਕਿੰਨਾ ਕੁ ਲਿਆ ਹੋਇਆ। ਜੀ ਰਹੀ ਗੱਲ 2 ਰਿਫਿਊਜ਼ਲ 4 ਰਿਫਿਊਜ਼ਲ ਦੀ, ਸਪੋਜ਼ ਕਰੋ ਇੱਕ ਛੋਟੀ ਜਿਹੀ ਐਗਜ਼ਾਮਪਲ ਹੋ, ਸਪੋਜ਼ ਕਰੋ ਮੇਰਾ ਭਰਾ ਅਮਰੀਕਾ ਰਹਿੰਦਾ ਹੈ, ਮੇਰੀ ਭੈਣ ਅਮਰੀਕਾ ਰਹਿੰਦਾ, ਮੇਰਾ ਕੋਈ ਫੈਮਿਲੀ 'ਚ ਉੱਥੇ ਹੈ, ਜਾਂ ਮੇਰਾ ਕੋਈ ਸੱਜਣ ਮਿੱਤਰ ਉੱਥੇ ਹੈ। ਮੈਂ ਅੰਬੈਸੀ ਨੂੰ ਅਪਲਾਈ ਕੀਤਾ ਐਂਡ ਆਈ ਸੈਡ ਕਿ ਮੈਂ ਨੌਕ ਕੀਤਾ ਅੰਬੈਸੀ ਨੂੰ ਕਿ ਮੈਨੂੰ ਵੀਜ਼ਾ ਚਾਹੀਦਾ, ਬਿਕੋਜ਼ ਮੈਂ ਕਿਸੇ ਨੂੰ ਮਿਲਣ ਜਾਣਾ, ਜਾਂ ਮੈਂ ਕਿਤੇ ਘੁੰਮਣ ਜਾਣਾ, ਜਾਂ ਕੋਈ ਵੀ ਇੱਕ ਮੈਂ ਪਰਪਸ ਲਾਇਆ, ਰਾਈਟ? ਸਪੋਜ਼ ਮੇਰੀ ਮਾਸੀ ਰਹਿੰਦੀ, ਮੈਂ ਮਾਸੀ ਕੋਲ ਜਾਣਾ ਸੀ, ਮੈਂ ਇਹਦੀ ਐਪਲੀਕੇਸ਼ਨ ਲਾਤੀ, ਰਾਈਟ? ਹਾਂਜੀ। ਹੁਣ ਅੰਬੈਸੀ ਨੂੰ ਮੈਂ ਉਹ ਵੀਜ਼ਾ ਮੇਰਾ ਰੱਦ ਕਰਤਾ, ਰਾਈਟ? ਮੈਂ ਦੁਬਾਰਾ ਐਪਲੀਕੇਸ਼ਨ ਲਈ ਰੱਦ ਕਰਤਾ, ਰਾਈਟ? ਹੁਣ ਜੇਕਰ ਮੈਂ ਸਟਰੋਂਗਲੀ ਕਹਿ ਰਿਹਾ ਕਿ ਯਾਰ ਤੁਹਾਨੂੰ ਦੱਸਿਆ ਹੈ ਮੇਰਾ ਕੋਈ ਸੱਜਣ ਮਿੱਤਰ ਉੱਥੇ ਆ, ਸਾਡਾ ਆਪਸੀ ਤੇ ਪਿਆਰ ਚੰਗਾ ਹੈ, ਮੈਂ ਅੰਬੈਸੀ ਜਾਣਾ, ਮੈਂ ਮਤਲਬ ਇਸ ਕਰਕੇ ਆਇਆ ਕਿ ਮੈਂ ਉਹਨੂੰ ਮਿਲਣ ਜਾਣਾ ਜੀ। ਉਹ ਵੀ ਲਾਸਟ ਈਅਰ ਆਇਆ ਸੀ, ਵੀ ਹੈਡ ਗੁੱਡ ਫਨ, ਔਰ ਸਾਡਾ ਆਪਸ ਚੰਗਾ ਟਾਈਮ ਲੰਘਿਆ, ਸੋ ਮੈਂ ਉੱਥੇ ਜਾਣਾ ਹੈ। ਸੋ ਇਹ ਐਪਲੀਕੇਸ਼ਨਸ ਗਲਤ ਨਹੀਂ ਆ। ਓਕੇ। ਸੋ ਤੁਸੀਂ ਰਿਪੀਟਿਡਲੀ ਤੁਸੀਂ ਇੱਕ ਚੀਜ਼ ਨੂੰ ਪ੍ਰੂਵ ਨਹੀਂ ਕਰ ਪਾਏ ਕਿਸੇ ਐਪਲੀਕੇਸ਼ਨਸ, ਤੁਸੀਂ ਦੁਬਾਰਾ ਪ੍ਰੂਵ ਕਰੋ ਉਸ ਚੀਜ਼ ਨੂੰ। ਕਰ ਸਕਦੇ ਆ। ਯੈਸ, ਬਿਕੋਜ਼ ਤੁਹਾਡੇ ਤੇ ਸ਼ੱਕ ਕੀ ਹੈ? ਵੀਜ਼ਾ ਆਫਿਸਰ ਲਈ ਜਿਹੜਾ ਸਾਹਮਣੇ ਇੰਡੀਵਿਜੂਅਲ ਆ ਰਿਹਾ, ਵੀਜ਼ਾ ਆਫਿਸਰ ਉਹਨੂੰ ਨਹੀਂ ਜਾਣਦਾ ਜੀ, ਉਹ ਵੀਜ਼ਾ ਅਫਸਰ ਨੂੰ ਨਹੀਂ ਜਾਣਦਾ। ਸੋ 2 ਅਲੱਗ-ਅਲੱਗ ਇਨਸਾਨ ਨੇ। ਸੋ ਵੀਜ਼ਾ ਆਫਿਸਰ ਲਈ ਸਿਰਫ ਇੱਕ ਸਵਾਲ ਹੈ ਕਿ ਇਹ ਆਇਆ ਵੀਜ਼ਾ ਲਈ, ਸੋ ਮੇਰੀ ਜੌਬ ਦੀ ਅਸੈਸਮੈਂਟ ਇਹ ਹੈ ਕਿ ਇਹ ਸਾਡੇ ਮੁਲਕ ਨੂੰ ਇਹ ਤੋਂ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ। ਓਕੇ। ਹੁਣ ਨਫਾ ਨੁਕਸਾਨ ਤੇ ਕਿਤੇ ਕਿਸੇ ਨੇ ਲਿਸਟ ਹੀ ਨਹੀਂ ਕੀਤਾ, ਬਿਕੋਜ਼ ਸਾਡੇ ਤੋਂ ਲੋਕ ਕਹਿੰਦੇ ਬੌਂਡ ਭਰ ਦਿੰਦੇ ਜੀ, ਸਾਨੂੰ ਦੱਸੋ ਕਿੰਨੀ ਗਾਰੰਟੀ ਚਾਹੀਦੀ, ਉਹ ਕਰ ਦਿੰਦੇ ਆ। ਸੋ ਨਫਾ ਨੁਕਸਾਨ ਕੀ ਆ? ਦੁਨੀਆ ਦੇ ਬਹੁਤ ਸਾਰੇ ਮੁਲਕ ਜਿਹੜੇ ਵਰਲਡ ਮੈਪ ਦੇ ਉੱਪਰ ਦਿਸਦੇ ਨਹੀਂ ਸੀ, ਤੁਸੀਂ ਦੇਖੋ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ, ਮੌਰੀਸ਼ੀਅਸ, ਇਹ ਉਹ ਮੁਲਕ ਨੇ ਜਿਹੜੇ ਤੁਸੀਂ ਅੱਜ ਤੋਂ 10-20 ਸਾਲ ਪਹਿਲਾਂ ਵੇਖੋ ਤਾਂ ਦਿਸਦੇ ਨਹੀਂ ਸੀ ਵੀ ਇਹ ਇੱਥੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਪਰ ਤੁਸੀਂ ਵੇਖੋ ਹੁਣ ਐ ਲਾਟੂਆਂ ਵਾਂਗੂ ਜਗਦੇ ਆ ਸਾਰੇ। ਬਿਲਕੁਲ। ਕਾਰਨ ਕੀ ਆ? ਟੂਰਿਜ਼ਮ। ਕਿ ਜਦੋਂ ਇੱਕ ਟੂਰਿਜ਼ਮ, ਜਦੋਂ ਲੋਕੀ ਸੈਰ ਸਪਾਟੇ ਨੂੰ ਆਉਂਦੇ ਆ, ਕਿਸੇ ਵੀ ਮੁਲਕ ਦੀ ਤਕਦੀਰ ਬਦਲ ਸਕਦਾ ਇਹ। ਸੋ ਇਹ ਦੁਨੀਆ ਦਾ ਸਭ ਤੋਂ ਵੱਡਾ, ਅੱਜ ਵੀ ਦੁਨੀਆ ਦਾ ਸਭ ਤੋਂ ਵੱਡਾ ਮੋਬਿਲਾਈਜ਼ਿੰਗ ਫੈਕਟਰ ਆ ਕਿਸੇ ਵੀ ਇਕਨੋਮੀ ਨੂੰ ਚਲਾਉਣ ਲਈ। ਬਿਲਕੁਲ। ਸੋ ਅਗਰ ਅਮਰੀਕਾ 1 ਕਰੋੜ ਵੀਜ਼ਾ ਦਿੰਦਾ ਹੈ, ਅਗਰ ਅਮਰੀਕਾ 10 ਮਿਲੀਅਨ ਵੀਜ਼ਾਸ ਦਿੰਦਾ ਪੂਰੀ ਦੁਨੀਆ ਨੂੰ ਐਵਰੀ ਈਅਰ, ਤੇ ਉਹਦੀ ਇਕਨੋਮੀ ਬੂਸਟਰ ਵੀ ਇਹੀ ਆ। ਸੋ ਹੁਣ ਫਾਇਦਾ ਕੀ ਆ ਕਿ ਅਗਰ ਤੇ ਮੈਨੂੰ ਲੱਗ ਰਿਹਾ ਕਿ ਇਹ ਜਿਹੜਾ ਇਨਸਾਨ ਆ ਰਿਹਾ ਵੀਜ਼ੇ ਲਈ, ਇਹ ਆਏਗਾ, ਪੈਸੇ ਖਰਚੇਗਾ ਤਾਂ ਆਪਣੇ ਮੁਲਕ ਮੁੜ ਜਾਏਗਾ ਜੀ, ਇਹਦੇ ਨਾਲ ਤਾਂ ਯੂਐਸ ਨੂੰ ਫਾਇਦਾ ਆ। ਬਿਲਕੁਲ। ਯੈਸ, ਇਹ ਵੀਜ਼ਾ ਪੱਕਾ ਹੋਏਗਾ। ਹੁਣ ਅਗਰ ਮੈਨੂੰ ਇਸ ਐਪਲੀਕੇਸ਼ਨ 'ਚ ਇਹ ਇੰਡੀਕੇਸ਼ਨ ਮਿਲ ਰਹੀ ਹੈ ਐਜ਼ ਅ ਵੀਜ਼ਾ ਆਫਿਸਰ ਕਿ ਐਪਲੀਕੈਂਟ ਆਇਆ, ਇਹ ਇੱਥੇ ਰਹਿ ਜਾਏਗਾ ਜਾਂ ਇੱਥੇ ਆ ਕੇ ਦਿਹਾੜੀਆਂ ਕਰੇਗਾ, ਸੋ ਅਗਰ ਮੈਨੂੰ ਇਸ ਐਪਲੀਕੇਸ਼ਨ ਤੋਂ ਨਫਾ ਨੁਕਸਾਨ ਇਦਾਂ ਦਿਸ ਰਿਹਾ, ਲੱਗ ਰਿਹਾ, ਸੋ ਅਗਰ ਮੈਨੂੰ ਨਫੇ ਵਾਲੀ ਚੀਜ਼ ਆ ਤਾਂ ਮੇਰੇ ਲਈ ਗੁੱਡ ਸੌਦਾ ਆ। ਬਿਲਕੁਲ। ਔਰ ਅਗਰ ਇਹ ਮੇਰੇ ਲਈ ਨੁਕਸਾਨ ਵਾਲੀ ਚੀਜ਼ ਆ, ਨੁਕਸਾਨ ਕੋਈ ਕਿਉਂ ਕਰਾਊਗਾ? ਸੋ ਵੀਜ਼ਾ ਆਫਿਸਰ ਦੀ ਜੌਬ ਦੀ ਅਸੈਸਮੈਂਟ ਐਕਚੁਅਲੀ ਇਹ ਆ ਜੀ, ਡਿਪੈਂਡ ਕਰਦਾ ਵੀਜ਼ਾ ਆਫਿਸਰ ਤੇ ਕਿ ਉਹ ਤੁਹਾਨੂੰ ਕਿਸ ਤਰ੍ਹਾਂ ਪਰਖਦਾ ਹੈ। ਐਗਜ਼ੈਕਟਲੀ। ਸੋ ਵੀਜ਼ਾ ਆਫਿਸਰ ਦਾ ਅਸੈਸਮੈਂਟ ਹੈ। ਵੀਜ਼ਾ ਆਫਿਸਰ ਦਾ ਬੇਸਿਕ ਕੰਮ ਕੀ ਹੈ ਕਿ ਹੀ ਇਜ਼ ਟਾਕਿੰਗ ਟੂ ਸੋ ਮੈਨੀ ਗਾਇਜ਼। ਹਰ ਕੋਈ ਆ ਕੇ ਕੋਈ ਨਾ ਕੋਈ ਆਪਣੀ ਭਾਸ਼ਾ ਦੱਸਦਾ, ਆਪਣਾ ਦੱਸਦਾ ਮੈਂ ਇਹ ਕਰਦਾ ਉਹ ਕਰਦਾ, ਰਾਈਟ? ਸੋ ਅਗਰ ਤੁਹਾਡੀ ਜਦੋਂ ਤੁਸੀਂ ਬੋਲਦੇ ਹੋ, ਅਗਰ ਜਿਹੜਾ ਅੱਖਰ ਤੁਹਾਡੀ ਜ਼ੁਬਾਨ ਚੋਂ ਬਾਹਰ ਡਿੱਗਦਾ, ਤੁਹਾਡੀ ਸਰੀਰ, ਤੁਹਾਡੀ ਆਤਮਾ, ਤੁਹਾਡੇ ਚਿਹਰੇ ਦੇ ਹਾਵ ਭਾਵ ਅਗਰ ਉਹਨੂੰ ਪਿੱਛੋਂ ਸਪੋਰਟ ਕਰਦੇ ਆ, ਫਿਰ ਇਹ ਸੱਚ ਜਾਪਦਾ ਆ। ਅਗਰ ਤੁਹਾਡੀ ਬਾਡੀ ਲੈਂਗੁਏਜ ਕੁਛ ਆ, ਤੁਸੀਂ ਬੋਲਿਆ ਕੁਛ ਆ, ਰਟਿਆ, ਉਹ ਗੱਲ ਤੁਹਾਡੀ ਬਾਡੀ ਦਾ ਉਹ ਤੁਹਾਡੇ ਲਈ ਲਾਸ ਹੋ ਸਕਦਾ, ਰਾਈਟ? ਤੁਹਾਡੀ ਬਾਡੀ ਲੈਂਗੁਏਜ ਨਾਲ ਨਹੀਂ ਚੱਲ ਰਹੀ ਤੇ ਇਹ ਫਿਰ ਮਤਲਬ ਝੂਠ ਆ। ਸੋ ਵੀਜ਼ਾ ਆਫਿਸਰਸ ਦੇ ਆਰ ਲਾਈਕ ਐਕਸਪਰਟਸ ਕਿ ਜਿਨ੍ਹਾਂ ਨੂੰ ਫੜਨਾ ਆ ਜਾਂਦਾ ਕਿ ਤੁਸੀਂ ਸੱਚ ਬੋਲਿਆ ਕਿ ਝੂਠ ਬੋਲਿਆ। ਸੋ ਅੰਬੈਸੀ ਜਾਣਾ, ਝੂਠ ਮਤ ਬੋਲੋ, ਪ੍ਰਿਪੇਅਰ ਕਰੋ। ਹਾਂ, ਉੱਥੇ ਕਮਿਊਨੀਕੇਟ ਕਿੱਦਾਂ ਕਰਨਾ ਇਹ ਜ਼ਰੂਰ ਸਿੱਖ ਕੇ ਜਾਓ ਜੀ। ਇਹ ਤਾਂ ਹੋ ਗਈ ਕਿ ਰਿਫਿਊਜ਼ ਹੋਏ ਵੀਜ਼ਾ, ਤਾਂ ਉਹਦੇ ਵਾਸਤੇ ਸਾਨੂੰ ਕਿਵੇਂ ਦੀ ਤਿਆਰੀ ਚਾਹੀਦੀ ਆ? ਅੱਛਾ, ਕਈਆਂ ਨੂੰ ਇਹ ਹੁੰਦਾ ਹੈ ਕਿ ਸਾਨੂੰ ਆਰਟਿਸਟ ਵੀਜ਼ਾ ਚਾਹੀਦਾ ਹੈ, ਉਹਦੇ ਵਾਸਤੇ ਕੀ ਗਾਈਡਲਾਈਨਸ ਨੇ? ਬੇਸਿਕਲੀ ਦੁਨੀਆ 'ਚ ਬਹੁਤ ਸਾਰੇ ਵੀਜ਼ਾਸ ਨੇ। ਇੱਕ ਹੈਗਾ ਜਿਹਨੂੰ ਅਸੀਂ ਟੂਰਿਜ਼ਮ ਕਹਿੰਦੇ, ਹੌਲੀਡੇਇੰਗ ਕਹਿੰਦੇ। ਇਹਦੇ 'ਚ ਤਕਰੀਬਨ ਤੁਸੀਂ ਇੰਡੀਪੈਂਡੈਂਟਲੀ ਘੁੰਮਣ ਫਿਰਨ ਜਾ ਸਕਦੇ ਹੋ, ਰਾਈਟ?
ਔਰ ਇਸ ਤੋਂ ਇਲਾਵਾ ਤਕਰੀਬਨ ਜਿੰਨੇ ਵੀ ਵੀਜ਼ੇ ਨੇ, ਸਪੋਜ਼ ਤੁਸੀਂ H1 ਤੇ ਜਾਣਾ, ਤੁਸੀਂ ਜੌਬ ਤੇ ਜਾਣਾ, ਤੁਸੀਂ ਆਰਟਿਸਟ ਜਾਣਾ, ਤੁਹਾਨੂੰ ਇੱਕ ਸਪੋਰਟਿੰਗ ਕੰਪਨੀ ਚਾਹੀਦੀ ਹੈ ਜਿਹੜੀ ਤੁਹਾਨੂੰ ਸਪੋਰਟ ਕਰੇ ਜੀ। ਸੋ ਜਿਹੜੀ ਤੁਹਾਨੂੰ ਲੈਟਰਸ ਇਸ਼ੂ ਕਰੇ। ਸੋ ਇਹ तमाम ਤਰ੍ਹਾਂ ਦੇ ਵੀਜ਼ੇ ਇਹ ਇੱਕ ਬਿਨਾਂ ਕਿਸੇ ਸਪੋਰਟ ਤੋਂ ਇਹ ਫਾਈਲ ਨਹੀਂ ਹੋ ਸਕਦੇ। ਸੋ ਯੈਸ ਇਟ ਇਜ਼ ਪੋਸੀਬਲ, ਅਗਰ ਲਾਈਕ ਕੋਈ ਕੰਪਨੀ ਹੈ, ਕੋਈ ਚਾਹੇ ਕੋਈ ਚੈਨਲ ਹੈ, ਚਾਹੇ ਕੋਈ ਮੀਡੀਆ ਹੈ, ਚਾਹੇ ਲਾਈਕ YouTube ਵੀ ਹੈ, ਮਤਲਬ ਕੋਈ ਵੀ ਜਿਹੜਾ ਦਿਸਦਾ ਹੋਵੇ, ਵਿਜ਼ੀਬਲ ਹੈ ਜੀ। ਸੋ ਕੋਈ ਵੀ ਇਨਵਾਈਟ ਕਰੇ, ਯੈਸ ਤੁਸੀਂ ਆਰਟਿਸਟ ਵੀਜ਼ਾ ਦੇ ਉੱਪਰ ਵੀ ਜਾ ਸਕਦੇ ਹੋ। ਅੱਛਾ, ਇਹ ਇਨਵਾਈਟ ਜਿਹੜੇ ਕਰਦੇ ਆ ਉਹ ਉਧਰਲੀ ਸਾਈਡ ਤੇ ਹੋਣੇ ਚਾਹੀਦੇ ਜਿੱਧਰ ਅਸੀਂ ਜਾਣਾ ਹੈ? ਆਬਵੀਅਸਲੀ ਮਤਲਬ ਇੱਧਰ ਨਹੀਂ, ਉਹ ਬਾਹਰ ਵਾਲੀ ਸਾਈਡ ਤੇ ਹੀ ਹੋਣੇ ਚਾਹੀਦੇ, ਤੇ ਉੱਥੋਂ ਲੈਟਰ ਵਗੈਰਾ ਆਉਂਦੀ ਹੈ ਜਾਂ ਯੈਸ, ਉਹ ਇਨਵਾਈਟ ਕਰਨੇ। ਉਸ ਤੋਂ ਬਾਅਦ ਤੁਹਾਡਾ ਪ੍ਰੋਫਾਈਲ ਹੈ ਕਿ ਤੁਸੀਂ ਸੇਮ ਫੀਲਡ 'ਚ ਕੰਮ ਕੀਤਾ ਹੋਵੇ, ਬਿਕੋਜ਼ ਅਲਟੀਮੇਟਲੀ ਪ੍ਰੂਫ ਕੀ ਕਰਨਾ ਹੈ। ਹੁਣ ਇਸ ਕੇਸ ਦੇ ਵਿੱਚ ਕੌਨਸ਼ੀਅਸ ਇਹ ਆ ਵੀਜ਼ਾ ਆਫਿਸਰ ਦੀ, ਜਿੰਨੇ ਵੀ ਇਮੀਗ੍ਰੈਂਟ ਵੀਜ਼ਾਸ ਨੇ ਉਹਨਾਂ ਦੇ ਵਿੱਚ ਵੀ, ਔਰ ਖਾਸ ਕਰਕੇ ਜਿਹੜੇ ਟੂਰਿਜ਼ਮ ਤੋਂ ਜਾਂ ਇਨਵੈਸਟ ਕੀਤੇ ਬਿਨਾਂ ਜਿਹੜੇ ਜਾਣ ਵਾਲੇ ਵੀਜ਼ਾਸ ਨੇ ਜੀ, ਉਹਨਾਂ ਦੇ ਵਿੱਚ ਜਿਹੜੀ ਸੈਂਟਰਲ ਥੀਮ ਆ ਉਹ ਇਹ ਵੇਖਿਆ ਜਾਂਦਾ ਕਿ ਯਾਰ ਇਹ ਜੌਬ ਲਈ ਆ ਰਿਹਾ, ਕੰਮ ਲਈ ਆ ਰਿਹਾ, ਸੋ ਇਹ ਡਾਇਰੈਕਟਲੀ ਅਲਾਉਡ ਨਹੀਂ ਆ। ਓਕੇ। ਪਰ ਜਦੋਂ ਇਹਨਾਂ ਦੇ ਆਉਣ ਦੇ ਨਾਲ ਇੱਥੋਂ ਵਾਲੀ ਕੰਪਨੀ ਦਾ ਕੰਮ ਗਰੋ ਹੋ ਰਿਹਾ, ਫਿਰ ਤਾਂ ਇਹ ਇਕਨੋਮੀ ਨੂੰ ਫਾਇਦਾ ਇਹਦੇ ਵਿੱਚ ਵੀ ਆ ਜੀ। ਸੋ ਇੱਕ ਤੇ ਤਨਖਾਹ ਲੈਣ ਆ ਰਿਹਾ, ਸੇਮ H1, ਬਿਲਕੁਲ ਰਾਈਟ, ਪਰ ਅਗਰ ਇਹਦੇ ਇੱਥੇ ਆਉਣ ਨਾਲ ਕੰਪਨੀ ਦੀ ਟਰਨਓਵਰ ਦੁੱਗਣੀ ਹੋ ਗਈ, ਫਿਰ ਤਾਂ ਇਕਨੋਮੀ ਨੂੰ ਫਾਇਦਾ ਹੈ, ਫਿਰ ਤੇ ਸਰਕਾਰ ਨੂੰ ਵੀ ਫਾਇਦਾ ਹੈ, ਫਿਰ ਟੈਕਸੇਸ਼ਨ ਨੂੰ ਵੀ ਫਾਇਦਾ ਹੈ। ਸੋ ਇਸ ਕਰਕੇ ਅਸੈਸਮੈਂਟ ਦਾ ਤਰੀਕਾ ਇੱਥੇ ਆ ਓਕੇ ਕਿ ਤੁਹਾਡੇ ਆਉਣ ਦੇ ਨਾਲ ਇਕਨੋਮੀ ਨੂੰ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ, ਬਿਕੋਜ਼ ਅਲਟੀਮੇਟਲੀ ਪੂਰੀ ਦੁਨੀਆ ਇੱਕ ਕਮਰਸ ਦੇ ਮਾਡਲ ਤੇ ਆਧਾਰਿਤ ਹੈ। ਸਭ ਪਾਸੇ ਬਾਣੀਆਂ ਪੁਣੇ ਵਾਲੀ ਸੋਚ ਆ, ਹਰ ਇੱਕ ਐਂਗਲ ਉਹੋ ਹੀ ਆ। ਸੋ ਪੂਰੀ ਦੁਨੀਆ ਕਮਰਸ ਦੇ ਮਾਡਲ ਦੇ ਆਧਾਰਿਤ ਆ। ਸੋ ਸਾਨੂੰ ਵੀ ਵੇਖਣਾ ਪੈਂਦਾ ਕਿ ਜਿਹੜੀ ਐਪਲੀਕੇਸ਼ਨ ਆ ਉਹ ਚਾਹੀ ਸਿੱਧ ਕੀ ਕਰ ਰਹੇ ਆ ਜੀ। ਸੋ ਮੈਨੂੰ ਯਾਦ ਹੈ ਸਾਡੇ ਕੋਲ ਲਾਈਕ ਕੋਈ ਪਹੁੰਚੇ ਹੋਏ ਲੋਕ ਵੀ ਹੁੰਦੇ ਆ, ਮਤਲਬ ਜਿਨ੍ਹਾਂ ਦੇ ਪਾਸਪੋਰਟ ਤੱਕ ਪੂਰੇ ਭਰੇ ਹੁੰਦੇ ਆ, ਪਰ US ਤੋਂ 7-7 8-8 ਰਿਫਿਊਜ਼ਲਸ ਹੁੰਦੀਆਂ ਨੇ। ਬਿਕੋਜ਼ ਉਹਦੇ 'ਚ ਕੀ ਹੁੰਦਾ ਜੀ, ਬਾਬਾ ਜੀ ਜਾ ਰਹੇ ਨੇ ਉੱਥੇ ਡੇਰੇ 'ਚ ਜਾਣਗੇ ਜੀ, ਉੱਥੇ ਸੰਗਤ ਬਹੁਤ ਬੈਠੀ ਹੈ ਜੀ, ਸੰਗਤ ਲਾਈਕ ਉਹ ਸੰਗਤ ਨੇ ਇਨਵਾਈਟ ਕੀਤਾ, ਵੱਡਾ ਸਮਾਗਮ ਰੱਖਿਆ, ਵੱਡਾ ਹਾਲ ਬੁੱਕ ਕੇ ਰੱਖਿਆ, ਬਟ ਅੰਬੈਸੀ ਇਸ ਨਜ਼ਰ ਨਾਲ ਵੇਖਦੀ ਹੈ ਕਿ ਇਹ ਬਾਬਾ ਜੀ ਕੰਮ ਕੀ ਕਰਦੇ ਨੇ, ਇਹ ਪ੍ਰਵਚਨ ਕਰਦੇ ਆ। ਅੱਛਾ, ਹੁਣ ਅਮਰੀਕਾ ਆ ਕੇ ਪ੍ਰਵਚਨ ਕਰਨਗੇ? ਹਾਂ ਕਰਨਗੇ। ਮਾਇਆ ਇਕੱਠੀ ਹੋਏਗੀ? ਹਾਂ ਹੋਏਗੀ। ਇਹ ਮਾਇਆ ਇੰਡੀਆ ਲੈ ਜਾਣਗੇ? ਇਹ ਤਾਂ ਮਨੀ ਡਰੇਨ ਆ। ਸੋ ਇਸ ਤਰੀਕੇ ਨਾਲ ਤੈਨੂੰ ਕੈਟਾਗਰੀਜ਼ ਨੂੰ ਪਰਖਣਾ ਪੈਂਦਾ ਜੀ। ਸੋ ਤੁਸੀਂ ਬਾਬਾ ਜੀ ਦਾ ਹੌਲੀਡੇਜ਼ ਨੂੰ ਲਾਓ, ਨਾਰਮਲ ਤਰੀਕੇ ਨਾਲ ਐਪਲੀਕੇਸ਼ਨ ਲਾਓ, ਬੜੇ ਆਰਾਮ ਨਾਲ ਵੀਜ਼ਾਸ ਆਉਂਦੇ ਨੇ। ਸੋ ਸਾਡੇ ਕੋਲ ਬਹੁਤ ਮਤਲਬ ਮਹਾਤਮਾ ਲੋਕ ਨੇ ਜਿਹੜੇ ਸਾਡੇ ਸਮਾਜ ਵਿੱਚ ਨੇ, ਸੋ ਜਿਨ੍ਹਾਂ ਦੇ ਵੀਜ਼ਾਸ ਨਹੀਂ ਹੁੰਦੇ ਸੀ, ਰੁਕੇ ਹੋਏ ਸੀ, ਸੋ ਆਬਵੀਅਸਲੀ ਅਸੀਂ ਉਹਨਾਂ ਨੂੰ ਅਸਿਸਟ ਕੀਤਾ ਤੇ ਉਹਨਾਂ ਦੀ ਐਪਲੀਕੇਸ਼ਨਸ ਥਰੂ ਹੋਈਆਂ ਜੀ। ਅੱਛਾ, ਜੇ ਗੱਲ ਕਰ ਲਈਏ ਕੈਨੇਡਾ ਦੀ, ਕੈਨੇਡਾ ਦੇ ਵਿੱਚ ਕੋਈ ਇਦਾਂ ਦੀਆਂ ਸਿਟੀਜ਼ ਹੈਗੀਆਂ ਨੇ ਜਾਂ ਯੂਨੀਵਰਸਿਟੀਜ਼ ਹੋਣ ਜਿੱਥੇ ਬੱਚੇ ਈਜ਼ੀਲੀ ਸਟੱਡੀ ਕਰ ਪਾਉਣ ਚੂਜ਼ ਕਰਨ ਦੇ ਵਿੱਚ? ਕੈਨੇਡਾ ਵਿੱਚ ਅਸਲ 'ਚ ਐਜੂਕੇਸ਼ਨ ਕੋਈ ਬਹੁਤ ਜ਼ਿਆਦਾ ਔਖੀ ਨਹੀਂ ਹੈਗੀ, ਬਿਕੋਜ਼ ਸਟੂਡੈਂਟ ਦੀ ਨਾਰਮਲ ਇੰਟਰਨੈਸ਼ਨਲ ਸਟੂਡੈਂਟ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਹੈਗੀ ਇੱਕ ਵੀਕ ਦੇ ਵਿੱਚ 15 ਘੰਟੇ ਜਾਂ ਵੱਧ ਤੋਂ ਵੱਧ 20 ਘੰਟੇ ਦੀ ਐਜੂਕੇਸ਼ਨ ਜੀ। ਸੋ ਨਾਰਮਲੀ ਕਾਲਜਸ 2 ਦਿਨ ਦੇ ਵਿੱਚ ਖਤਮ ਕਰ ਦਿੰਦੇ ਨੇ ਐਜੂਕੇਸ਼ਨ। ਸਪੋਜ਼ 2 ਦਿਨ ਦੇ 8-8 ਘੰਟੇ ਦੀ ਕਲਾਸ ਲੱਗੇ, ਇਟਸ ਡਨ ਰਾਈਟ। ਸੋ ਸਟੂਡੈਂਟ ਦੀ ਐਜੂਕੇਸ਼ਨ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਹੈਗੀ। ਹਾਂ, ਕੁਛ ਜਿਹੜੀਆਂ ਅਗਰ ਲੀਕ ਤੋਂ ਹਟ ਕੇ ਚਾਹੁੰਦੇ ਹੋ, ਦੈਨ ਕੁਛ ਸਰਕਾਰੀ ਕਾਲਜਸ ਨੇ ਜਿੱਥੇ ਵੋਕੇਸ਼ਨਲ ਪ੍ਰੋਗਰਾਮ ਨੇ। ਵੋਕੇਸ਼ਨਲ ਪ੍ਰੋਗਰਾਮਸ ਲਾਈਕ ਤੁਸੀਂ ਸਿੱਧਾ ਇੰਜੀਨੀਅਰਿੰਗ ਦੀ ਜੌਬ ਤੇ ਜਾ ਰਹੇ ਹੋ, ਹੈ ਸਟੂਡੈਂਟ ਵੀਜ਼ਾ, ਹੈ ਸਟੱਡੀ ਪਰਮਿਟ, ਹੈ ਐਜੂਕੇਸ਼ਨ, ਬਟ ਜਿਹੜਾ ਪੁਰਾਣਾ ਤਰੀਕਾ ਹੁੰਦਾ ਸੀ ਅਪ੍ਰੈਂਟਿਸ ਵਾਲਾ ਕਿ ਤੁਸੀਂ ਕਿਸੇ ਦੇ ਨਾਲ ਲੱਗ ਕੇ ਕੰਮ ਸਿੱਖਦੇ ਹੋ। ਸੋ ਤੁਸੀਂ ਉਹਦੇ 'ਚ ਹਾਰਡਲੀ 2 ਮਹੀਨੇ ਦੀ ਕਲਾਸ ਲਈ, 4 ਮਹੀਨੇ ਦੀ ਕਲਾਸ ਲਈ, ਉਸ ਤੋਂ ਬਾਅਦ ਡਾਇਰੈਕਟਲੀ ਜੌਬ ਤੇ ਆ ਜੀ। ਸੋ ਕਿਊਬਿਕ ਦੇ ਵਿੱਚ ਇਦਾਂ ਦੇ ਪ੍ਰੋਗਰਾਮਸ ਹੈਗੇ ਜਿਹੜੇ ਗਵਰਨਮੈਂਟ ਦੇ ਖੁਦ ਦੇ ਓਨ ਕਾਲਜਸ ਨੇ, ਆਪਣੇ ਕਾਲਜਸ ਨੇ। ਸੋ ਉਹਨਾਂ ਦੇ ਵਿੱਚ ਸਟੂਡੈਂਟ ਵੋਕੇਸ਼ਨਲ ਪ੍ਰੋਗਰਾਮਸ ਵਿੱਚ ਅਗਰ ਜਾਂਦੇ ਆ, ਔਰ ਲਾਈਕ ਤੁਸੀਂ ਸਿੱਧਾ ਫੈਕਟਰੀ 'ਚ ਕੰਮ ਤੇ ਜਾਂਦੇ ਹੋ, ਤੁਹਾਨੂੰ ਸਕੂਲ ਦੀ ਬੱਸ ਲੈ ਕੇ ਜਾਂਦੀ, ਸਕੂਲ ਦੀ ਬੱਸ ਹੀ ਲੈ ਕੇ ਆਉਂਦੀ ਆ ਜੀ, ਔਰ ਉਹਦੇ ਨਾਲ PR ਵੀ ਬਹੁਤ ਕੁਇਕ ਆ ਓਕੇ। ਔਰ ਇਹਨਾਂ ਪ੍ਰੋਗਰਾਮਸ ਵਿੱਚ ਇੱਕ ਹੋਰ ਵੱਡੀ ਚੀਜ਼ ਹੈ ਕਿ ਤੁਹਾਨੂੰ ਆਈਲੈਟਸ ਤੋਂ ਬਿਨਾਂ ਵੀ ਪੋਸੀਬਿਲਿਟੀ ਹੈਗੀ ਵੀਜ਼ਾਸ ਦੀ। ਸੋ ਅਗਰ ਸਟੂਡੈਂਟ ਦੇ ਕੋਲ 70% ਨੰਬਰ ਹੈਗੇ ਆ ਤੇ ਉਹਦਾ ਆਈਲੈਟਸ ਵੇਵਰ ਹੈ, ਸੋ ਉਹਨੂੰ ਆਈਲੈਟਸ ਨਹੀਂ ਚਾਹੀਦਾ। ਔਰ ਤੁਸੀਂ ਤਮਾਮ ਕੈਨੇਡਾ ਦੇ ਵਿੱਚ ਇਹ ਚੀਜ਼ ਸੁਣੀ ਨਹੀਂ ਹੋਏਗੀ, ਜੇ ਸੁਣੀ ਹੋਏਗੀ ਤੇ ਬਹੁਤ ਸਾਰੇ ਐਪਲੀਕੈਂਟਸ ਇੱਥੋਂ ਜਿਹੜੇ ਕੇਸ ਅਪਲਾਈ ਕਰਦੇ ਨੇ, ਕੇਸਿਸ ਰਿਫਿਊਜ਼ ਹੁੰਦੇ ਨੇ, ਉਹ ਇੰਗਲਿਸ਼ ਪ੍ਰੋਗਰਾਮਸ। ਮੈਂ ਜੀ ਇੰਗਲਿਸ਼ ਸਿੱਖਣ ਚੱਲਿਆ ਜੀ, ਮੈਂ ਯੂਨੀਵਰਸਿਟੀ ਪੜ੍ਹਨ ਤੋਂ ਪਹਿਲਾਂ ਮੈਂ ਫਾਊਂਡੇਸ਼ਨ ਇੰਗਲਿਸ਼ ਦੀ ਲਾਉਂਗਾ, ਦੈਟਸ ਰਬਿਸ਼, ਕੁਛ ਨਹੀਂ ਇਦਾਂ ਦਾ। ਸੋ ਅਗਰ ਤੁਸੀਂ ਵੋਕੇਸ਼ਨਲ 'ਚ ਜਾ ਰਹੇ ਹੋ ਔਰ ਅਗਰ ਤੁਹਾਡੀ ਪਰਸੈਂਟੇਜ ਓਕੇ ਆ, ਦੈਨ ਤੁਸੀਂ ਇਹਨਾਂ ਪ੍ਰੋਗਰਾਮਸ ਵਿੱਚ ਜਾ ਸਕਦੇ ਹੋ। ਔਰ ਅਗਰ ਤੁਹਾਡੇ ਕੋਲ 60% ਹੈ, ਤੁਹਾਨੂੰ 5.5 ਬੈਂਡ ਚਾਹੀਦੇ ਆ, ਔਰ ਅਗਰ ਤੁਹਾਡੇ 50% ਨੰਬਰ ਨੇ, ਤੁਹਾਨੂੰ 6 ਬੈਂਡ ਫਿਰ ਅਗੇਨ ਚਾਹੀਦੇ ਨੇ ਜੀ। ਸੋ ਇਹ ਐਗਜ਼ੈਂਪਸ਼ਨ ਹੈਗੀ ਆ ਸਿਰਫ ਵੋਕੇਸ਼ਨਲ ਪ੍ਰੋਗਰਾਮਸ ਦੇ ਵਿੱਚ, ਜਿਹਦੇ 'ਚ ਵੈਬ ਡਿਵੈਲਪਮੈਂਟ ਹੈਗਾ ਆ, ਜਿਹਦੇ 'ਚ ਆਫਿਸ ਮੈਨੇਜਮੈਂਟ ਹੈਗਾ, ਜਿਹਦੇ 'ਚ ਪਲਾਸਟਿਕ ਇੰਜੀਨੀਅਰਿੰਗ ਆ, ਮਕੈਨੀਕਲ ਇੰਜੀਨੀਅਰਿੰਗ ਆ। ਸੋ ਇਸ ਤਰੀਕੇ ਦੇ ਡਾਇਰੈਕਟ ਜੌਬ ਵਾਲੇ ਨੇ।
ਔਰ ਇਹਨਾਂ ਦੇ ਵਿੱਚ ਇੱਥੋਂ ਤੱਕ ਹੈ ਕਿ ਤੁਸੀਂ ਜੌਬ ਤੇ ਜਾਂਦੇ ਹੋ ਤੈਨੂੰ ਨਾਲ ਸੈਲਰੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਸੋ ਥਿੰਕ ਆਫ ਅ ਸਟੂਡੈਂਟ ਕਿ ਲਾਈਕ ਆਪਣੀ ਡਿਊਰਿੰਗ ਐਜੂਕੇਸ਼ਨ ਹੀ ਜੀ ਕਲਾਸ ਸਿੱਧਾ ਫੈਕਟਰੀ ਚਲਾ ਰਿਹਾ, ਨਾਲ ਉਹਨੂੰ ਪੈਸੇ ਮਿਲ ਰਹੇ ਆ, ਔਰ ਉੱਤੋਂ ਪੀਆਰ ਜਿੱਥੇ ਬਾਕੀ ਸਭ ਨੂੰ 3-4 ਸਾਲ ਲੱਗਦੇ ਆ, ਇਹਨੂੰ 1 ਸਾਲ ਤੋਂ ਵੀ ਘੱਟ ਸਮਾਂ ਲੱਗਣਾ ਆ। ਓਕੇ ਸੋ ਇਹ ਇਸ ਤੋਂ ਸੌਖਾ ਮੈਨੂੰ ਨਹੀਂ ਲੱਗਦਾ ਕੁਝ ਹੋ ਸਕਦਾ। ਸੋ ਦਿਸ ਇਜ਼ ਇਹ ਪੋਸੀਬਲ ਹੈ ਜੀ। ਅੱਛਾ, ਕਈ ਸਟੂਡੈਂਟਸ ਦੇ ਨਾ ਮਾਈਂਡ ਦੇ ਵਿੱਚ ਇਹ ਵੀ ਹੁੰਦਾ ਆ ਕਿ ਮੈਂ ਨਾ ਜਿਹੜੇ ਬ੍ਰਾਂਡ ਆ ਜਿੱਥੋਂ ਅਸੀਂ ਆਈਲੈਟਸ ਕਰਦੇ ਆ, ਜੇ ਉੱਥੋਂ ਮੈਂ ਆਈਲੈਟਸ ਕਰੂੰਗਾ ਤੇ ਮੇਰਾ ਈਜ਼ੀਲੀ ਲੱਗ ਜਾਣਾ ਵੀਜ਼ਾ, ਇਦਾਂ ਦਾ ਵੀ ਕੁਝ ਹੈਗਾ? ਯੂ ਮੀਨ ਇੱਥੇ ਜਦੋਂ ਇੰਡੀਆ 'ਚ ਪੜ੍ਹਦੇ ਨੇ ਆਈਲੈਟਸ ਦੇ ਬ੍ਰਾਂਡ? ਦੇਖੋ ਅਸਲ 'ਚ ਇੰਗਲਿਸ਼ ਇੱਕ ਸਕੇਲ ਦੇ ਉੱਪਰ ਲਿਆਉਣ ਵਾਲਾ ਕੰਮ ਹੈ, ਔਰ ਜਦੋਂ ਅਸੀਂ ਐਕਸਪਲੇਨੇਸ਼ਨਸ ਵੀ ਦਿੰਦੇ ਹਾਂ ਬਹੁਤ ਸਾਰੀਆਂ, ਕੰਸਲਟੈਂਟ ਜਦੋਂ ਫਾਈਲਿੰਗ ਕਰਦੇ ਆ ਉਹਦੇ 'ਚ ਕਰਨਗੇ ਜੀ ਮੈਂ ਨਾ ਜੀ 1.5 ਸਾਲ 2 ਸਾਲ ਮੈਂ ਆਈਲੈਟਸ ਕਰ ਰਿਹਾ ਸੀ। ਆਈਲੈਟਸ ਇਜ਼ ਨਾਟ ਅ ਪ੍ਰੋਗਰਾਮ, ਇਟਸ ਅ ਟੈਸਟ। ਆਈਲੈਟਸ ਇੱਕ ਦਿਨ 'ਚ ਦੇਣ ਵਾਲਾ ਟੈਸਟ ਆ। ਸੋ ਉਹਦੇ 'ਚ ਇਹ ਪਰਖਿਆ ਜਾਂਦਾ ਕਿ ਤੁਹਾਨੂੰ ਬੋਲਣੀ ਕਿੰਨੀ ਆਉਂਦੀ ਆ, ਤੁਹਾਨੂੰ ਸੁਣਨੀ ਕਿੰਨੀ ਆਉਂਦੀ, ਸਮਝਣੀ ਕਿੰਨੀ ਆਉਂਦੀ, ਸਮਝਾਉਣੀ ਕਿੰਨੀ ਆਉਂਦੀ, ਰਾਈਟ? ਰੀਡਿੰਗ, ਰਾਈਟਿੰਗ, ਸਪੀਕਿੰਗ, ਲਿਸਨਿੰਗ, ਇਹ 4 ਮੋਡਿਊਲਸ ਨੇ। ਹੁਣ ਇਹਦੇ ਵਿੱਚ ਬ੍ਰਾਂਡਸ ਦਾ ਅਗਰ ਵੇਖਿਆ ਜਾਵੇ ਤਾਂ ਹਾਂ, ਅਗਰ ਵੇ ਆਫ ਲਾਈਕ ਟੀਚਿੰਗ ਤੁਸੀਂ ਸਪੈਸ਼ਲਾਈਜ਼ ਕੀਤਾ ਆ, ਅਗਰ ਤੁਸੀਂ ਮੈਕਡੋਨਲਡ ਮਾਡਲ ਦੇ ਉੱਪਰ ਤੁਸੀਂ ਪਲਾਨ ਕਰ ਲਿਆ ਕਿ ਫਸਟ ਸਟੂਡੈਂਟਸ ਨੂੰ ਆਹ ਪੜਾਓ ਦੈਨ ਆਹ ਪੜਾਓ, ਮੇ ਬੀ ਇੰਗਲਿਸ਼ ਇੰਪਰੂਵ ਹੁੰਦੀ ਹੋ। ਪਰ ਮੇਰਾ ਪਰਸਨਲੀ ਮੰਨਣਾ ਇਹ ਹੈ ਕਿ ਆਈਲੈਟਸ ਦੇ ਵਿੱਚ ਤੁਹਾਨੂੰ ਲਾਈਕ ਅਗਰ ਤੁਹਾਨੂੰ ਕੋਈ ਪ੍ਰੈਕਟਿਸ ਜ਼ਿਆਦਾ ਕਰਵਾ ਰਿਹਾ ਪੇਪਰ ਦੀ, ਐਗਜ਼ਾਮ ਦੀ, ਯੂ ਨੋ ਦਾ ਸਟਾਈਲ ਆਫ ਪੇਪਰ, ਬਿਕੋਜ਼ ਇੰਗਲਿਸ਼ ਇੱਕਦਮ ਇੰਜੈਕਸ਼ਨ ਲਾ ਕੇ ਨਹੀਂ ਆਉਂਦੀ, ਇਟਸ ਅ ਲੈਂਗੁਏਜ। ਇਫ ਯੂ ਅਗਰ ਤੁਸੀਂ 12 ਸਾਲ ਪੜ੍ਹੇ ਹੋ ਆਪਣੀ ਪ੍ਰੀਵੀਅਸ ਐਜੂਕੇਸ਼ਨ 12-15 ਸਾਲ ਪੜ੍ਹੇ ਹੋ, ਤਾਂ ਇਫ ਯੂ ਹੈਵ ਸਟੱਡੀਡ ਇਨ ਇੰਗਲਿਸ਼ ਮੀਡੀਅਮ, ਤੇ ਇਹਨਾਂ ਸਟੂਡੈਂਟਸ ਨੂੰ ਆਈਲੈਟਸ ਸਿੱਖਣ ਮਤਲਬ ਉਹਦੀ ਲੋੜ ਨਹੀਂ ਪੈਂਦੀ। ਆਲ ਦੇ ਨੀਡ ਟੂ ਲਰਨ ਇਜ਼ ਅ ਪੈਟਰਨ ਆਫ ਇੰਗਲਿਸ਼ ਐਗਜ਼ਾਮ, ਕਿ ਉਹਨਾਂ ਨੇ ਜਿਹੜਾ ਐਗਜ਼ਾਮ ਦੇਣਾ ਆ ਉਹਦੇ 'ਚ ਇੱਦਾਂ ਦਾ ਕੁਐਸਚਨਰ ਆਏਗਾ, ਯੈਸ ਤੈਨੂੰ ਆਹ ਕਰਨਾ ਆ ਜਾਵੇ, ਦੈਨ ਇੱਦਾਂ ਦੇ ਇਤਿਹਾਸ ਸਵਾਲ ਆਉਣਗੇ, ਇਹਨਾਂ ਦਾ ਹੱਲ ਕਰਨੇ ਆ ਜਾਣ। ਬਿਲਕੁਲ। ਸੋ ਬਸ ਐਗਜ਼ਾਮ ਦੀ ਤਿਆਰੀ ਕਰ ਲਓ। ਬਹੁਤ ਸਾਰੇ ਅੱਜਕੱਲ੍ਹ ਸਟੂਡੈਂਟਸ ਨੂੰ ਲੋੜ ਵੀ ਹੈ ਨਹੀਂ ਆਈਲੈਟਸ ਇੰਸਟੀਚਿਊਟ ਵਿੱਚ ਜਾਣ ਦੀ, ਬਿਕੋਜ਼ ਤੁਸੀਂ ਜਦੋਂ ਆਈਲੈਟਸ ਇੰਸਟੀਚਿਊਟ ਦੇ ਵਿੱਚ ਜੋ ਤੁਸੀਂ ਕਰਨਾ ਚਾਹੁੰਦੇ ਹੋ, ਸੇਮ ਤੁਸੀਂ ਅਗਰ ਚਾਹੋ ਤਾਂ ਖੁਦ ਵੀ ਟਰਾਈ ਕਰ ਸਕਦੇ ਹੋ, ਬਿਕੋਜ਼ ਬਹੁਤ ਸਾਰੇ ਆਨਲਾਈਨ ਮੋਡਿਊਲਸ ਮਿਲ ਜਾਂਦੇ ਨੇ ਅੱਜਕੱਲ੍ਹ। ਸੋ ਅਗਰ ਸਟੂਡੈਂਟ ਚਾਹਣ, ਪਰ ਫਿਰ ਵੀ ਸਾਡੇ ਸਟੂਡੈਂਟਸ ਆਰ ਨਾਟ ਲਾਈਕ ਕਿ ਇਹ ਸੈਲਫ ਡਰਿਵਨ ਘੱਟ ਨੇ। ਸੋ ਆਈਲੈਟਸ ਇੰਸਟੀਚਿਊਟ ਜਾਓ, ਤੁਸੀਂ ਚੰਗਾ ਟੀਚਰ ਵੇਖੋ। ਸੋ ਬ੍ਰਾਂਡਸ ਦਾ ਐਡਾ ਕੋਈ ਮਸਲਾ ਨਹੀਂ ਹੈਗਾ। ਹਾਂ, ਅਗਰ ਬ੍ਰਾਂਡਸ ਨੇ ਕਿਸੇ ਚੀਜ਼ ਨੂੰ ਦੁਹਰਾ ਕੇ ਮਤਲਬ ਚੀਜ਼ਾਂ ਨੂੰ ਇੱਕ ਉਹਨਾਂ ਨੇ ਮਾਡਲ ਬਣਾ ਲਿਆ, ਤੇ ਹੋ ਸਕਦਾ ਬ੍ਰਾਂਡਸ ਉਹਦੇ 'ਚ ਕੰਮ ਕਰਦੇ ਹੋਣ। ਜੀ। ਅੱਛਾ, ਮੇਰਾ ਅਗਲਾ ਕੁਐਸਚਨ ਇਹ ਹੈ ਕਿ ਕਈ ਸੋਚਦੇ ਆ ਕਿ ਮੇਰੀ ਹੁਣ ਉਮਰ ਹੋ ਗਈ ਹੈ, ਪਰ ਮੈਂ ਜਾਣਾ ਵੀ ਆਈਲੈਟਸ ਕਰਕੇ ਹੀ ਆ, ਪੋਸਟ ਗ੍ਰੈਜੂਏਸ਼ਨ ਕਰ ਲਈ ਆ, ਜੇ ਮੈਂ ਆਈਲੈਟਸ ਕਰਦਾ ਆ ਜਾਂ ਕਰਦੀ ਆ ਤਾਂ ਮੈਨੂੰ ਜ਼ਿਆਦਾ ਬੈਂਡਸ ਲਾਣੇ ਪੈਣੇ ਆ, ਉਹਦੇ ਪਿੱਛੇ ਕੀ ਹੈਗਾ ਕੋਈ ਸਿਸਟਮ? ਜਿੰਨਾ ਤੁਹਾਡਾ ਆਈਲੈਟਸ ਦਾ ਜਿੰਨਾ ਬੇਸਿਕਲੀ ਤੁਹਾਡਾ ਐਜੂਕੇਸ਼ਨ ਅਪ ਹੋਏਗੀ, ਤੁਹਾਡਾ ਆਈਲੈਟਸ ਦੀ ਰਿਕੁਆਇਰਮੈਂਟ ਵੱਧ ਜਾਏਗੀ। ਬਟ ਯੂਐਸ ਵਰਗੇ ਕੰਟਰੀਜ਼ ਵਿੱਚ ਇਹਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ। ਬਹੁਤ ਸਾਰੇ ਯੂਰਪੀਅਨ ਕੰਟਰੀਜ਼ ਆ, ਸ਼ੈਂਗਨ ਕੰਟਰੀਜ਼ ਆ, ਜਿਹੜਾ ਉਹਨਾਂ 'ਚ ਇਹਦੀ ਰਿਕੁਆਇਰਮੈਂਟ ਨਹੀਂ ਹੁੰਦੀ, ਬਿਕੋਜ਼ ਬਹੁਤ ਸਾਰੀ ਯੂਨੀਵਰਸਿਟੀਜ਼ ਨੂੰ ਜਦੋਂ ਬਹੁਤ ਜ਼ਿਆਦਾ ਪ੍ਰਚਲਿਤ ਨਹੀਂ ਸੀ ਕੰਮ, ਜਿੱਦਾਂ ਮੈਂ ਦੱਸਿਆ ਕਿ ਸਾਨੂੰ ਲਗਭਗ 21 ਸਾਲ ਦਾ ਸਮਾਂ ਹੋ ਗਿਆ ਇਹ ਸਭ ਨੂੰ ਕਰਦੇ ਹੋਇਆ, ਐਂਡ ਵੀ ਹੈਵ ਸੀਨ ਕਿ ਸਮਾਂ ਕਿੱਦਾਂ ਚੇਂਜ ਹੋਇਆ ਹੈ। ਜਦੋਂ ਬਹੁਤ ਸਾਰੇ ਸਟੂਡੈਂਟਸ ਨਹੀਂ ਹੁੰਦੇ ਸੀ, ਉਦੋਂ ਸਟੂਡੈਂਟਸ ਦੇ ਪੈਰਾਮੀਟਰਸ ਘੱਟ ਹੁੰਦੇ ਸੀ ਐਂਟਰੀ ਦੇ। ਜੀ। ਸੋ ਸਟੂਡੈਂਟ ਨੂੰ ਬੁਲਾ ਲਿਆ ਜਾਂਦਾ ਸੀ, ਯੂਨੀਵਰਸਿਟੀ ਜਾਂਦਾ ਸੀ, ਯੂਨੀਵਰਸਿਟੀ ਜਾ ਕੇ ਉਹਦਾ ਅਸੈਸਮੈਂਟ, ਇੰਟਰਨਲ ਅਸੈਸਮੈਂਟ ਟੈਸਟ ਹੁੰਦਾ ਸੀ ਸਟੂਡੈਂਟ ਦਾ। ਓਕੇ। ਔਰ ਅਗਰ ਲੱਗਦਾ ਕਿ ਸਟੂਡੈਂਟ ਦੀ ਇੰਗਲਿਸ਼ ਦਾ ਲੈਵਲ ਘੱਟ ਆ, ਤੇ ਫਿਰ ਉਹਨੂੰ ਫਾਊਂਡੇਸ਼ਨ ਵੀ ਦੇ ਦਿੰਦੇ ਸੀ। ਜੀ। ਸੋ ਇਸੇ ਤਰੀਕੇ ਨਾਲ ਹੁਣ ਇਸ ਪ੍ਰੈਕਟਿਸ ਨੂੰ ਤਾਂ ਬਾਹਲਾ ਨਹੀਂ ਕੀਤਾ ਜਾਂਦਾ, ਬਿਕੋਜ਼ ਯੂਐਸ ਦੀਆਂ ਕਈ ਯੂਨੀਵਰਸਿਟੀਜ਼ ਹਾਲੇ ਵੀ ਇਸ ਤਰੀਕੇ ਨਾਲ ਕਰਦੀਆਂ ਕਿ ਅਗਰ ਸਟੂਡੈਂਟ ਦੀ ਇੰਗਲਿਸ਼ ਰਿਕੁਆਇਰਮੈਂਟ ਅਗਰ ਐਮਬੈਸੀ ਨੇ ਓਕੇ ਕਰਤੀ ਆ, ਸਟਿਲ ਉਹ ਇੰਟਰਨਲ ਅਸੈਸਮੈਂਟ ਟੈਸਟ ਲੈਣਗੇ। ਇਫ ਦੇ ਫੀਲ ਕਿ ਸਟੂਡੈਂਟ ਦਾ ਲਰਨਿੰਗ ਲੈਵਲ ਓਕੇ ਆ, ਤਾਂ ਉਹਨੂੰ ਡਾਇਰੈਕਟ ਐਡਮਿਸ਼ਨ ਦੇ ਦੇਣਗੇ, ਡਾਇਰੈਕਟ ਲਾਈਕ ਸਟੂਡੈਂਟ ਐਨਰੋਲ ਹੋ ਜਾਏਗਾ। ਜੀ। ਸੋ ਬਹੁਤ ਸਾਰੀਆਂ ਯੂਰਪੀਅਨ ਐਮਬੈਸੀਜ਼ ਨੇ ਲਾਈਕ ਉਹ ਸਟੂਡੈਂਟ ਨੂੰ ਛੋਟੀ ਮੋਟੀ ਇੰਟਰੋਡਕਸ਼ਨ ਚੈੱਕ ਕਰਦੇ ਨੇ। ਸੋ ਅਗਰ ਸ਼ੈਂਗਨ ਦੇ ਵਿੱਚ ਸਟੂਡੈਂਟਸ ਨੇ ਵੀਜ਼ਾ ਲੈਣਾ, ਬੇਸਿਕ +2 ਹੈਗੀ ਆ, ਸੋ ਜਾਂ ਗ੍ਰੈਜੂਏਸ਼ਨ ਹੈ ਵਟਐਵਰ, 50% ਮਾਰਕਸ ਹੈਗੇ ਆ, ਤੇ ਉਹਨੂੰ ਬਹੁਤ ਸਾਰੇ ਸ਼ੈਂਗਨ ਕੰਟਰੀਜ਼ ਆ, ਜਿੱਦਾਂ ਜਰਮਨੀ ਹੋ ਗਿਆ, ਮਾਲਟਾ ਹੋ ਗਿਆ, ਹੰਗਰੀ ਹੋ ਗਿਆ, ਰਾਈਟ? ਸੋ ਇਹ ਜਿਹੜੇ ਚੰਗੇ ਫਰਾਂਸ ਹੋ ਗਿਆ, ਸੋ ਚੰਗੇ ਕੰਟਰੀਜ਼ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟ ਵੀਜ਼ਾ ਨੂੰ ਬਹੁਤ ਗਰੋ ਕਰਨਾ ਹੈ, ਬਿਕੋਜ਼ ਇਹ ਉਮੀਦ ਹੈ ਕਿ ਆਹ ਸਾਲ ਯੂਰਪੀਅਨ ਕੰਟਰੀਜ਼ ਦਾ ਹੋਣ ਵਾਲਾ ਹੋ ਸਕਦਾ ਹੈ। ਓਕੇ। ਅਗਰ ਕੋਵਿਡ ਦੇ ਨੋਰਮਸ ਥੋੜੇ ਬਹੁਤ ਰਿਲੈਕਸ ਹੋ ਜਾਣ, ਜਾਂ ਜਿਹੜਾ ਡਰ ਆ ਥੋੜਾ ਜਿਹਾ ਘਟ ਜਾਵੇ, ਤੁਸੀਂ ਵੇਖੋਗੇ ਜਿਹੜੇ ਕੰਟਰੀਜ਼ ਨੇ ਹਾਲੇ ਥੋੜੇ ਸ਼ਟਰ ਚੱਕੇ ਹੋਏ ਆ, ਇਹਨਾਂ ਨੇ ਸਭ ਨੇ ਇੱਕਦਮ ਚੱਕਣੇ ਆ। ਜੀ। ਬਿਕੋਜ਼ ਇਕਨੋਮੀ ਸਭ ਦੀ ਹੈਂਪਰ ਹੋਈ ਆ। ਇਹ ਕੋਈ ਨਹੀਂ ਇਸ ਟਾਈਮ ਹੈਗਾ ਕਿ ਜਿਹਨੂੰ ਫਰਕ ਨਾ ਪਿਆ ਹੋਵੇ। ਸੋ ਜਿੰਨੇ ਕੰਟਰੀਜ਼ ਦੇ ਇਮੀਗ੍ਰੇਸ਼ਨ ਸਿਸਟਮ, ਸਾਰੇ ਇਮੀਗ੍ਰੇਸ਼ਨ ਸਿਸਟਮਸ ਦਾ ਭਾਰ ਚੱਕਣ ਨੂੰ ਵੀ ਅੱਜ ਕੱਲ੍ਹ ਕੇਸਿਸ ਨਹੀਂ ਹੈਗੇ। ਬਿਲਕੁਲ। ਸੋ ਇਹ ਜਿੱਦਾਂ ਹੀ ਥੋੜਾ ਰਿਲੈਕਸ ਹੁੰਦਾ, ਤੁਸੀਂ ਵੇਖੋ ਹੌਲੀ ਬਹੁਤ ਅਗਰੈਸਿਵ ਹੋਣਗੀਆਂ ਸਾਰੀਆਂ ਯੂਨੀਵਰਸਿਟੀਜ਼ ਔਰ ਸਾਰੇ ਕੰਟਰੀਜ਼। ਔਰ ਜਦੋਂ ਤੱਕ ਬਿਨਾਂ ਆਈਲੈਟਸ ਦੀ ਗੱਲ ਆ, ਬਿਨਾਂ ਅੰਗਰੇਜ਼ੀ ਤੋਂ ਜਾਣਾ ਔਖਾ ਆ।
ਸੋ ਬਿਨਾਂ ਆਇਲਟਸ ਤੋਂ ਜਾਣਾ ਕਦੇ ਦਿੱਕਤ ਨਹੀਂ ਹੈਗੀ ਜੀ। ਜਿਵੇਂ ਅਸੀਂ ਗੱਲ ਕਰਦੇ ਹਾਂ, ਪਿਛਲੀ ਵਾਰ ਵੀ ਅਸੀਂ ਗੱਲ ਕੀਤੀ ਸੀ ਕਿ ਨਿਊਜ਼ੀਲੈਂਡ ਨੇ ਹਜੇ ਤੱਕ ਕੋਈ ਵੀ ਅਪਡੇਟ ਜਿਹੜੀ ਹੈ ਨਹੀਂ ਰੱਖੀ ਹੈ, ਉਹਨਾਂ ਨੇ ਤਾਂ ਟੋਟਲੀ ਬੰਦ ਕੀਤਾ ਹੋਇਆ। ਆਸਟ੍ਰੇਲੀਆ ਦੀ ਕੀ ਅਪਡੇਟਸ ਨੇ? ਆਸਟ੍ਰੇਲੀਆ ਅਪ੍ਰੈਲ ਔਨਵਰਡਸ ਫਲਾਈਟਸ ਆਲਮੋਸਟ ਸ਼ੁਰੂ ਹੋ ਰਹੀਆਂ ਨੇ ਔਰ ਆਸਟ੍ਰੇਲੀਆ ਨੇ ਪਹਿਲਾਂ ਅਨਾਉਂਸ ਕੀਤਾ ਸੀ ਉਹ ਫੈਬ 21 ਚ ਓਪਨ ਅਪ ਹੋ ਜਾਣਗੇ, ਬਟ ਫੈਬ ਚ ਤੇ ਨਹੀਂ ਹੋ ਪਾਏ ਜੀ। ਸੋ ਉਹ ਹੁਣ ਆਪਣੇ ਜਿਹੜੀਆਂ ਕੁਆਰੰਟੀਨ ਜਿਹੜੀਆਂ ਉਹਨਾਂ ਦੀਆਂ ਫੈਸਿਲਿਟੀਜ਼ ਨੇ ਉਹਨਾਂ ਨੂੰ ਬੇਸਿਕਲੀ ਉਹ ਅਪਗ੍ਰੇਡ ਕਰ ਰਹੇ ਨੇ ਜਾਂ ਅਪਡੇਟ ਕਰ ਰਹੇ ਨੇ ਜੀ। ਸੋ ਬਾਏ ਅਪ੍ਰੈਲ ਦੇ ਸੈਡ ਵਿਲ ਬੀ ਰੈਡੀ। ਹਾਂ, ਜਿੰਨਾ ਅਸੀਂ ਨੰਬਰ ਸੋਚਦੇ ਹਾਂ ਉਹਨਾਂ ਨੰਬਰ ਤੇ ਨਹੀਂ ਜਾਏਗਾ, ਬਟ ਬਾਏ ਜੁਲਾਈ, ਜਿਹੜੀ ਹੁਣ ਜੁਲਾਈ ਦੀ ਡੈਡਲਾਈਨ ਦਿੱਤੀ ਉਹਨਾਂ ਨੇ ਕਿ ਜੁਲਾਈ ਤੱਕ ਦੇ ਬਿਲੀਵ ਕਿ ਅਸੀਂ ਸਭ ਚੀਜ਼ਾਂ ਨੂੰ ਨਾਰਮਲ ਕਰ ਲਵਾਂਗੇ। ਸੋ ਉਮੀਦ ਕਰਦੇ ਹਾਂ ਬਿਕੋਜ਼ ਆਸਟ੍ਰੇਲੀਆ ਦੇ ਵਿੱਚ ਅਗਰ ਸਟੂਡੈਂਟਸ ਨੇ ਜਾਣਾ ਆ ਉਹ ਅੱਜ ਵੀ ਪੋਸੀਬਲ ਹੈ। ਆਸਟ੍ਰੇਲੀਆ ਦੇ ਵਿੱਚ ਹਾਲਾਂਕਿ ਤੁਹਾਡਾ ਮਿਨੀਮਮ ਜਿਹੜਾ ਸਕੋਰ ਆ, ਅਗਰ ਤੁਸੀਂ ਯੂਨੀਵਰਸਿਟੀ ਐਜੂਕੇਸ਼ਨ ਲਈ ਜਾਣਾ 6 ਚਾਹੀਦਾ ਹੀ ਚਾਹੀਦਾ ਆ, ਜਿੱਦਾਂ ਕੈਨੇਡਾ ਲਈ 6 ਚਾਹੀਦਾ ਨਾਰਮਲ ਯੂਨੀਵਰਸਿਟੀ ਲਈ। ਸੋ ਇਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਯੂ ਨੀਡ ਟੂ ਹੈਵ 6 ਸਕੋਰ। ਹਾਂ, ਜਿਹੜੇ ਅਗਰ ਤੁਸੀਂ ਵੋਕੇਸ਼ਨਲ ਪ੍ਰੋਗਰਾਮਸ ਜਾਂਦੇ ਹੋ ਉਹ ਦੈਨ ਸਟਿਲ ਤੁਹਾਨੂੰ 5.5 ਬੈਂਡ ਚਾਹੀਦੇ ਨੇ। ਸੋ ਇਫ ਯੂ ਆਰ ਗੋਇੰਗ ਟੂ ਕਾਲਜ ਤੁਹਾਡਾ 5.5 ਦੇ ਉੱਪਰ ਸਰ ਸਕਦਾ ਹੈ, ਪਰ ਅਗਰ ਇਫ ਯੂ ਆਰ ਗੋਇੰਗ ਟੂ ਯੂਨੀਵਰਸਿਟੀ ਦੈਨ ਯੂ ਨੀਡ ਟੂ ਹੈਵ 6 ਆਇਲ ਸਕੋਰ। ਸੋ ਆਸਟ੍ਰੇਲੀਆ 6 ਬੈਂਡ ਦੇ ਨਾਲ ਅੱਜ ਵੀ ਵੀਜ਼ਾਸ ਦੇ ਰਿਹਾ, ਵੀਜ਼ਾਸ ਪ੍ਰੋਸੈਸ ਕਰ ਰਿਹਾ ਹੈ। ਓਕੇ। ਬਟ ਉਹਨਾਂ ਦੀਆਂ ਫਲਾਈਟਸ ਦੇ ਉੱਪਰ ਜਿਹੜਾ ਕਿ ਪਹਿਲਾਂ ਕਿਹਾ ਗਿਆ ਸੀਗਾ ਕਿ ਅਸੀਂ ਬਾਏ ਫੈਬ ਅਸੀਂ ਫਲਾਈ ਕਰਾ ਦਾਂਗੇ, ਉਹ ਹਾਲੇ ਅਲਾਉ ਕੀਤਾ ਨਹੀਂ ਆ। ਅਪ੍ਰੈਲ ਤੋਂ ਸਟੂਡੈਂਟਸ ਜਿਹੜੇ ਰਿਟਰਨਿੰਗ ਸਟੂਡੈਂਟਸ ਹਨ ਜਾਂ ਰਿਟਰਨਿੰਗ ਜਿਹੜੇ PR ਵਾਲੇ ਨੇ, ਜਿਹੜੇ ਰਿਟਰਨਿੰਗ ਸਿਟੀਜ਼ਨਸ ਨੇ ਜੀ, ਉਹਨਾਂ ਦਾ ਸਮਾਂ ਸ਼ੁਰੂ ਹੋਣ ਵਾਲਾ ਔਰ ਸਟੂਡੈਂਟਸ ਦੀ ਵਾਰੀ ਅਗੇਨ ਜਾ ਕੇ ਜੁਲਾਈ ਦੇ ਵਿੱਚ ਆਏਗੀ। ਜੁਲਾਈ 2021 ਤੋਂ ਜਿਹੜੇ ਸਟੂਡੈਂਟਸ ਆ ਉਹ ਰੈਗੂਲਰਲੀ ਆਸਟ੍ਰੇਲੀਆ ਜਾਣੇ ਸ਼ੁਰੂ ਹੋ ਜਾਣਗੇ, ਜਿਹੜੀ ਲੇਟੈਸਟ ਅਪਡੇਟ ਆ ਉਹਦੇ ਅਕੋਰਡਿੰਗ। ਓਕੇ। ਜੇ ਗੱਲ ਕਰ ਲਈਏ, ਕਈਆਂ ਨੂੰ ਇਹ ਹੁੰਦਾ ਹੈ ਕਿ ਮੇਰੇ ਕੋਲ ਜਰਮਨੀ ਵੀਜ਼ਾ ਹੈਗਾ ਜਾਂ ਮੇਰੇ ਕੋਲ ਕਿਸੇ ਹੋਰ ਕੰਟਰੀ ਦਾ ਵੀਜ਼ਾ ਹੈਗਾ, ਤਾਂ ਉਹ UK ਜਾਂ ਫਿਰ USA ਲਈ ਅਪਲਾਈ ਕਰ ਸਕਦੇ ਨੇ, ਉਹ ਈਜ਼ੀ ਹੈ? ਹਾਂ, ਦੇਖੋ ਅਸਲ 'ਚ ਹੈਗਾ ਕਿ ਅਗਰ ਤੁਸੀਂ ਦੁਨੀਆ ਦੇ ਕਿਸੇ ਵੀ ਕੰਟਰੀ ਵਿੱਚੋਂ US ਨੂੰ ਅਪਲਾਈ ਕਰਨਾ ਚਾਹੁੰਦੇ ਹੋ ਉਹਨੂੰ ਅਸੀਂ ਨਾਰਮਲੀ ਅਸਿਸਟ ਕਰਦੇ ਹਾਂ। ਸਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨਸ ਯੂਰਪ ਤੋਂ ਹੁੰਦੀਆਂ ਨੇ। ਸੋ ਯੂਰਪ ਤੋਂ ਸਾਨੂੰ ਪਿਛਲੇ ਪ੍ਰੋਗਰਾਮ 'ਚ ਵੀ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਮੇਰੇ ਕੋਲ ਜਰਮਨੀ ਦਾ ਪਾਸਪੋਰਟ ਹੈਗਾ ਤੇ ਮੈਂ ਜਾਵਾਂ ਕਿ ਨਹੀਂ ਜਾਵਾਂ। ਸੋ ਜਰਮਨੀ ਇਟਸੈਲਫ ਇਜ਼ ਅ ਵੰਡਰਫੁਲ ਕੰਟਰੀ, ਸੋ ਇਹਨੂੰ ਛੱਡ ਕੇ ਮਤ ਜਾਓ। ਸੋ ਅਗਰ ਅਸੀਂ ਸੋਸ਼ਲ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਦੁਨੀਆ ਦੀ ਨੰਬਰ 1 ਕੰਟਰੀ ਹੈ ਔਰ ਦੁਨੀਆ ਦੀ 4th ਲਾਰਜੈਸਟ ਇਕੋਨਮੀ ਹੈ। ਸੋ ਇਟਸ ਅ ਵੰਡਰਫੁਲ ਕੰਟਰੀ ਟੂ ਲਿਵ ਇਨ। ਹਾਂ, ਅਗਰ ਅਸੀਂ ਕਿਸੇ ਵੀ ਕੰਟਰੀ ਘੁੰਮਣ ਜਾਣਾ ਚਾਹੁੰਦੇ ਹੋ, ਜਿੱਦਾਂ ਸਪੈਸ਼ਲੀ US ਨੂੰ ਜਾਣਾ ਚਾਹੁੰਦੇ ਹੋ, ਤੇ ਬਲੀਵ ਮੀ ਅਸੀਂ ਇੱਥੋਂ ਬੈਠੇ ਤੁਹਾਡੀਆਂ ਸਾਰੀਆਂ ਐਪਲੀਕੇਸ਼ਨਸ ਨੂੰ ਅਸਿਸਟ ਵੀ ਕਰ ਸਕਦੇ ਹਾਂ। ਸੋ ਤੁਹਾਡੇ ਹਰ ਜਗ੍ਹਾ ਤੇ ਲੋਕੇਸ਼ਨ ਹੁੰਦੀ ਹੈ ਬਿਕੋਜ਼ ਇੱਥੇ ਤੁਹਾਡੀ ਐਪਲੀਕੇਸ਼ਨ ਆਨਲਾਈਨ ਸਾਰੀਆਂ ਸਬਮਿਟ ਹੁੰਦੀਆਂ ਨੇ। ਸੋ ਦੁਨੀਆ ਦੇ तमाम ਕੰਟਰੀਜ਼ ਵਿੱਚ, ਚਾਹੇ ਤੁਸੀਂ UK ਜਾਣਾ, ਚਾਹੇ ਤੁਸੀਂ USA ਜਾਣਾ, ਚਾਹੇ ਤੁਸੀਂ ਆਸਟ੍ਰੇਲੀਆ ਜਾਣਾ, ਤੁਸੀਂ ਕਿਸੇ ਵੀ ਲੋਕੇਸ਼ਨ ਤੇ ਹੋਵੋ ਤੁਹਾਡੀ ਐਪਲੀਕੇਸ਼ਨਸ ਨੂੰ ਅਸਿਸਟ ਕੀਤਾ ਜਾ ਸਕਦਾ ਬਿਕੋਜ਼ ਅਸੀਂ ਸਭ ਨੇ ਲਾਕਡਾਊਨ 'ਚ ਇੱਕ ਚੀਜ਼ ਸਿੱਖੀ ਹੈ ਸਭ ਤੋਂ ਵੱਧ, ਉਹ ਹੈਗਾ ਰਿਮੋਟਲੀ ਵਰਕਿੰਗ। ਸੋ ਔਰ ਇਹੀ ਚੀਜ਼ ਅੰਬੈਸੀਆਂ ਨੇ ਸਿੱਖੀ ਆ। ਹੁਣ ਅੰਬੈਸੀਜ਼ ਖੁੱਲੀਆਂ ਵੀ ਨਹੀਂ ਹੁੰਦੀਆਂ, ਵੀਜ਼ਾ ਆਫਿਸਰਸ ਆਪਣੀ ਰਿਮੋਟ ਲੋਕੇਸ਼ਨਸ ਤੋਂ ਵੀਜ਼ਾਸ ਨੂੰ ਐਕਸੈਸ ਕਰਦੇ ਨੇ, ਅਪਰੂਵ ਕਰਦੇ ਨੇ। ਦੈਨ ਲੋਕਲ ਏਜੰਸੀਜ਼ ਹੈਗੀਆਂ ਜਿੱਦਾਂ VFS ਵਰਗੀਆਂ ਏਜੰਸੀਜ਼ ਨੇ, ਉਹ ਫੈਸਿਲੀਟੇਟ ਕਰਦੀਆਂ ਨੇ ਕਿ ਤੁਹਾਡਾ ਪਾਸਪੋਰਟ ਲੈ ਆਂਦਾ, ਤੁਹਾਡਾ ਬਾਇਓਮੈਟ੍ਰਿਕ ਅਟੈਂਡੈਂਸ ਕਰਾ ਲਈ, ਤੁਹਾਡੇ ਫਿੰਗਰ ਸਕੈਨ ਹੋ ਗਏ। ਹਾਂ, ਸੇਮ ਤਰੀਕੇ ਦੀਆਂ ਲੋਕੇਸ਼ਨਸ ਸਾਰੀ ਦੁਨੀਆ ਦੇ ਵਿੱਚ ਅਵੇਲੇਬਲ ਹੈ। ਤੁਹਾਡੀ ਐਪਲੀਕੇਸ਼ਨ ਸਬਮਿਟ ਕਿਤੇ ਵੀ ਹੋ ਸਕਦੀ ਹੈ ਪੂਰੀ ਦੁਨੀਆ ਦੇ ਵਿੱਚ ਔਰ ਤੁਸੀਂ ਆਪਣੇ ਬਾਇਓਮੈਟ੍ਰਿਕ ਅਟੈਂਡੈਂਸ ਜਿਹੜੇ ਮੁਲਕ 'ਚ ਬੈਠੇ ਹੋ ਉੱਥੇ ਹੀ ਵੀਜ਼ਾ ਲੈਣਾ ਈਜ਼ੀ ਆ ਰਾਦਰ ਦੈਨ ਕਮਿੰਗ ਟੂ ਇੰਡੀਆ ਔਰ ਇੱਥੋਂ ਆ ਕੇ ਅਪਲਾਈ ਕਰੋ। ਦੁਬਾਰਾ ਜਾਣ ਨਾਲੋਂ ਉੱਥੇ ਰਹਿ ਕੇ ਲੈ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਕੀ ਆ ਕਿ ਸਾਡੇ ਬਹੁਤ ਸਾਰੇ ਐਪਲੀਕੈਂਟਸ ਆਉਂਦੇ ਨੇ, ਚੱਲ ਵੀ ਸਾਡਾ ਪਿੱਛੇ ਨਾ ਪਿੱਛੇ ਇੰਡੀਆ ਨਾਲ ਪਿਛੋਕੜ ਰਿਹਾ। ਸਪੋਜ਼ ਮੈਂ ਇਟਲੀ ਦੇ ਵਿੱਚ 5-7 ਸਾਲ ਤੋਂ ਕੰਮ ਕਰ ਰਿਹਾ, ਮੇਰੇ ਕੋਲ ਇਟਲੀ ਦੇ ਸਜੋਰਨੋ ਹੈਗੀ, ਮੇਰੇ ਕੋਲ ਪੇਪਰ ਹੈਗੇ, ਰਾਈਟ, ਤੇ ਮੈਂ ਇੰਡੀਆ ਆ ਕੇ ਅਪਲਾਈ ਕਰੂੰਗਾ। ਸੋ ਇੰਡੀਆ ਤੋਂ ਆ ਕੇ ਅਪਲਾਈ ਕਰਦੇ ਹੋ, ਤੁਹਾਡੇ ਕੋਲ ਲੋਕਲ ਬਾਈਂਡਿੰਗ ਟਾਈਜ਼ ਨਹੀਂ ਹੈਗੀਆਂ ਬਿਕਾਜ਼ ਯੂ ਆਰ ਆਲਰੇਡੀ ਵਰਕਿੰਗ ਇਨ ਸਮ ਫੋਰਨ ਕੰਟਰੀ। ਪਰ ਅਗਰ ਤੁਸੀਂ ਉੱਥੋਂ ਅਪਲਾਈ ਕਰਦੇ ਹੋ, ਤੁਹਾਡੇ ਕੋਲ ਉੱਥੋਂ ਦਾ ਸਭ ਕੁਝ ਹੈਗਾ, ਤੁਹਾਡੇ ਕੋਲ ਉੱਥੋਂ ਦਾ ਬੈਂਕ ਵੀ ਮਿਲ ਜਾਣਾ, ਸੈਲਰੀ ਸਲਿਪਸ ਵੀ ਮਿਲ ਜਾਣੀਆਂ, ਤੁਹਾਡੇ ਕੋਲ ਕੰਟਰੈਕਟ ਵੀ ਹੋਏਗਾ ਜਿੱਥੇ ਤੁਸੀਂ ਕੰਮ ਕਰਦੇ ਹੋ, ਤੁਹਾਡੇ ਕੋਲ ਉੱਥੋਂ ਦੀ ਪੇ ਸਲਿਪਸ ਵੀ ਹੋਣਗੀਆਂ। ਸੋ ਤੁਹਾਡੇ ਕੋਲ ਸਭ ਚੀਜ਼ਾਂ ਜੋ ਤੁਸੀਂ ਇੰਡੀਆ ਤੋਂ ਆ ਕੇ ਪ੍ਰੂਵ ਨਹੀਂ ਕਰ ਸਕਦੇ, ਉੱਥੇ ਰਹਿ ਕੇ ਉਸ ਮੁਲਕ 'ਚ ਰਹਿ ਕੇ ਪ੍ਰੂਵ ਕਰਨੀਆਂ ਈਜ਼ੀ ਵੀ ਨੇ ਔਰ ਉਹਨੂੰ ਅਸਿਸਟ ਵੀ ਕੀਤਾ ਜਾ ਸਕਦਾ ਹੈ। ਜੀ, ਜਿਵੇਂ ਅਸੀਂ ਜਰਮਨ ਦੀ ਗੱਲ ਕਰ ਰਹੇ ਹਾਂ, ਜੇ ਕੋਈ ਜਰਮਨ ਦੇ ਵਿੱਚ ਹੈਗਾ ਉਹ ਆਪਣੀ ਫੈਮਿਲੀ ਨੂੰ ਉੱਥੇ ਬੁਲਾਉਣਾ ਚਾਹੁੰਦਾ, ਉਹਦੇ ਵਾਸਤੇ ਕੀ ਗਾਈਡਲਾਈਨਸ? ਜਰਮਨਲੀ ਜਿੰਨੇ ਵੀ ਯੂਰਪ ਦੇ ਕੰਟਰੀਜ਼ ਨੇ, ਯੂਰਪ ਬੇਸਿਕਲੀ ਤੁਹਾਨੂੰ ਸਮਝਣ ਨੂੰ ਤੁਹਾਨੂੰ ਥੋੜਾ ਜਿਹਾ ਇਹਨੂੰ ਡਿਟੇਲ 'ਚ ਜਾਣਨਾ ਪਊਗਾ। ਯੂਰਪ ਨੂੰ ਇੱਕ ਰੀਜਨ ਹੈ ਜਿਹਨੂੰ ਅਸੀਂ ਯੂਰਪ ਕਹਿੰਦੇ ਆ, ਦੈਨ ਇੱਕ ਯੂਰਪੀਅਨ ਯੂਨੀਅਨ ਹੈ ਜਿਹਨੂੰ ਤੁਸੀਂ ਇੱਕ ਟ੍ਰੇਡ ਬਲੌਕ ਜਾਣਦੇ ਹੋ। ਟ੍ਰੇਡ ਬਲੌਕ ਕਿ ਅਸੀਂ ਵਪਾਰ ਇੱਕ ਦੂਜੇ ਨਾਲ ਕਰ ਰਹੇ ਹਾਂ। ਤੀਸਰਾ ਹੈਗਾ ਸ਼ੈਂਗਨ। ਸ਼ੈਂਗਨ ਹੈ ਕਿ ਜਿਹਦੇ 'ਚ ਸਾਡੇ ਇੰਟਰਨਲ ਬਾਰਡਰਸ ਨਹੀਂ ਹੈਗੇ,
ਲਾਈਕ ਜਿੱਦਾਂ ਇਟਲੀ, ਜਰਮਨੀ, ਫਰਾਂਸ, ਹਾਲੈਂਡ, ਸਵੀਡਨ, ਲਗਜ਼ਮਬਰਗ, ਸਪੇਨ, ਪੁਰਤਗਾਲ, ਲਾਈਕ ਇਹ ਸਾਰਾ ਇੰਟਰਨਲ ਬਾਰਡਰਸ ਨਹੀਂ ਹੈਗੇ। ਓਕੇ, ਜਿੰਨੇ ਸ਼ੈਂਗਨ ਕੰਟਰੀਜ਼ ਆ ਇਹਨਾਂ ਦੇ ਵਿੱਚ ਅਗਰ ਤੁਹਾਡਾ ਪਾਰਟਨਰ ਉੱਥੇ ਆ, ਫੈਮਿਲੀ ਨੂੰ ਬੁਲਾਉਣਾ ਹੈ, ਦੈਨ ਵੀਜ਼ਾ ਦੀ ਕੈਟਾਗਰੀ ਹੁੰਦੀ ਫੈਮਿਲੀ ਰੀਯੂਨੀਅਨ। ਓਕੇ, ਸੋ ਫੈਮਿਲੀ ਰੀਯੂਨੀਅਨ ਵੀਜ਼ਾ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਬੁਲਾ ਸਕਦੇ ਹੋ, ਨਾਲ ਰੱਖਣਾ ਚਾਹੋ ਰੱਖ ਸਕਦੇ ਹੋ। ਹੁਣ ਇਹਦੇ ਵਿੱਚ ਵੀ ਦੋ ਕੈਟਾਗਰੀਜ਼ ਹੁੰਦੀਆਂ। ਅਗਰ ਤੁਸੀਂ ਪਰਮਾਨੈਂਟਲੀ ਬੁਲਾਉਣਾ ਚਾਹੋ ਤੇ ਤੁਹਾਨੂੰ ਉਹਨਾਂ ਲਈ ਅਲੱਗ ਤੋਂ ਪੇਪਰ ਪੱਕੇ ਭਰਨੇ ਪੈਂਦੇ ਆ, ਜਿੱਦਾਂ ਸੇਮ ਯੂਐਸ ਦੇ ਵਿੱਚ ਅਸੀਂ ਭਰਦੇ ਆ ਕਿ ਅਸੀਂ ਰਿਲੇਟਿਵਸ ਆ ਉੱਥੇ ਵਾਲੇ ਰਹਿਣ ਵਾਲੇ ਲੋਕਾਂ ਦੇ। ਬਿਲਕੁਲ। ਬਟ ਅਗਰ ਤੁਸੀਂ ਨਾਰਮਲ ਤਰੀਕੇ ਨਾਲ ਬੁਲਾਉਣਾ ਵੀ ਚਾਹੋ ਤਾਂ ਉਹ ਆ ਜਾ ਵੀ ਸਕਦੇ ਨੇ। ਓਕੇ, ਠੀਕ ਹੈ। ਸੋ ਉੱਥੇ ਦੋਨੋਂ ਕੈਟਾਗਰੀਜ਼ ਓਪਨ ਨੇ ਜੀ। ਸੋ ਯੂਐਸ ਦੇ ਵਿੱਚ ਵੀ ਸੇਮ ਪ੍ਰੋਵੀਜ਼ਨ ਹੈਗੀ ਆ ਆਲਮੋਸਟ ਬਾਕੀ ਸਾਰੇ ਤਮਾਮ ਮੁਲਕਾਂ 'ਚ। ਯੂਰਪ 'ਚ ਤਾਂ ਟਿਪੀਕਲ ਆ ਕਿ ਬਿਕੋਜ਼ ਫੈਮਿਲੀ ਰੀਯੂਨੀਅਨ ਵੀਜ਼ਾ ਉਦੋਂ ਅਪਲਾਈ ਹੁੰਦਾ ਹੈ ਜਦੋਂ ਤੁਹਾਡੇ ਕੋਲ ਲੋਕਲ ਪੇਪਰ ਹੋਣ। ਜਦ ਤੱਕ ਤੁਸੀਂ ਕੰਮ ਕਰਦੇ ਹੋ ਤੁਹਾਡੇ ਕੋਲ ਆਪਣੇ ਖੁਦ ਦੇ ਪੇਪਰ ਨਹੀਂ ਬਣੇ ਜਾਂ ਤੁਹਾਡੇ ਕੋਲ ਅਨਲਿਮਿਟਿਡ ਨਹੀਂ ਪੇਪਰ ਬਣੇ, ਤਦ ਤੱਕ ਤੁਸੀਂ ਇਸ ਕੈਟਾਗਰੀ ਉੱਪਰ ਬੁਲਾ ਨਹੀਂ ਸਕਦੇ। ਜੀ, ਜਿਵੇਂ ਅਸੀਂ ਗੱਲ ਕੀਤੀ ਹੈ ਕਿ ਯੂਐਸ ਤੇ ਜਾਣਾ ਸਭ ਜਗ੍ਹਾ ਨਾਲੋਂ ਈਜ਼ੀ ਹੈ, ਸੋ ਕਿੰਨਾ ਕੁ ਜ਼ਿਆਦਾ ਈਜ਼ੀ ਹੈ? ਕਿਉਂਕਿ ਜੇ ਟਰੰਪ ਗਵਰਨਮੈਂਟ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਵੀਜ਼ਾ ਕਾਫੀ ਘੱਟ ਕੀਤੇ ਹੋਏ ਸੀਗੇ। ਹੁਣ ਕੀ ਅਪਡੇਟਸ ਨੇ ਕਿ ਜਾਣਾ ਜ਼ਿਆਦਾ ਸੌਖਾ ਹੋ ਗਿਆ ਹੈ ਕਿ ਕੀ ਅਪਡੇਟਸ ਗਾਈਡਲਾਈਨਸ ਕੀ ਨੇ ਦੀਆਂ? ਸੋ ਸਾਡੇ ਕਾਫੀ ਦਰਸ਼ਕ ਜਾਗਰੂਕ ਨੇ, ਪਰ ਇਹ ਅਜ਼ੰਪਸ਼ਨ ਹੈ ਕਿ ਸਾਨੂੰ ਲੱਗਦਾ ਹੈ ਕਿ ਟਰੰਪ ਗਵਰਨਮੈਂਟ ਨੇ ਵੀਜ਼ਾਸ ਘਟਾਏ ਨੇ। ਇਹ ਅਜ਼ੰਪਸ਼ਨ ਆ ਜੀ। ਇਹ ਤਾਂ ਲੱਗਦਾ ਬਿਕੋਜ਼ ਜਦੋਂ ਵੀ ਖਬਰ ਆਉਂਦੀ ਹੈ ਹਮੇਸ਼ਾ H1 ਦੀ, ਜੌਬਸ ਵਾਲੇ ਵੀਜ਼ਾਸ ਦੀ। ਬਿਲਕੁਲ। ਉਹ ਕਾਫੀ ਪੋਲੀਟੀਕਲ ਮੁੱਦਾ ਰਿਹਾ। ਸੋ ਇਸ ਕਰਕੇ ਜਦੋਂ ਨੈਸ਼ਨਲਸ ਨੂੰ ਥੋੜਾ ਬਲ ਦੇਣਾ ਹੋਵੇ ਜਾਂ ਨੈਸ਼ਨੈਲਿਟੀ ਜ਼ਿਆਦਾ ਮਤਲਬ ਲਾਈਕ ਪੈਟਰਟਿਜ਼ਮ ਥੋੜਾ ਜ਼ਿਆਦਾ ਦਿਖਾਉਣਾ ਹੋਵੇ, ਜੀ, ਉਦੋਂ ਹਮੇਸ਼ਾ H1 ਦੀ ਗੱਲ ਆ ਜਾਂਦੀ ਹੈ ਕਿ ਲੋਕਲਸ ਲਈ ਜੌਬ ਹੈਗੀਆਂ ਜਾਂ ਕੁਛ ਇਦਾਂ ਦੀ ਸਟੋਰੀਜ਼ ਅਸੀਂ ਬਣਾਉਣੀਆਂ ਨੇ। ਬਿਲਕੁਲ। ਬਟ ਅਗਰ ਤੁਸੀਂ ਗੱਲਬਾਤ ਕਰ ਦੇਖੋਗੇ ਤਾਂ H1 ਦੇ ਉੱਪਰ ਰੋਕ ਜ਼ਰੂਰ ਲਾਈ ਸੀ ਉਹਨਾਂ ਨੇ ਥੋੜੇ ਸਮੇਂ ਲਈ। ਪਰ ਅਗਰ ਤੁਸੀਂ ਨਾਨ ਇਮੀਗ੍ਰੈਂਟ ਵੀਜ਼ਾਸ ਦੇਖੋਗੇ, ਤੁਸੀਂ ਜਸਟ ਗੋ ਟੂ ਗੂਗਲ ਦੇ ਉੱਪਰ ਤੁਸੀਂ ਸਿਰਫ ਇੰਨਾ ਲਿਖਿਓ, ਤੁਹਾਨੂੰ ਲੱਗਦਾ ਕਿ ਇਫ ਯੂ ਬਿਲੀਵ ਕਿ ਦਿਸ ਇਜ਼ ਅ ਟਰੰਪ ਇਫੈਕਟ, ਜਸਟ ਰਾਈਟ ਇਨ ਦਾ ਗੂਗਲ ਟਰੰਪ ਇਫੈਕਟ ਔਰ ਉਹਨੂੰ ਨਾਲ ਇੱਕ ਪਰਸੈਂਟੇਜ ਪਾ ਦਿਓ 28%। ਓਕੇ। ਤੁਸੀਂ ਵੇਖੋਗੇ ਟਰੰਪ ਗਵਰਨਮੈਂਟ ਨੇ ਆਉਂਦਿਆਂ ਹੀ ਓਬਾਮਾ ਗਵਰਨਮੈਂਟ ਤੋਂ ਵੱਧ ਵੀਜ਼ਾਸ ਦਿੱਤੇ ਔਰ ਉਹਦੇ 'ਚ ਲਿਖਿਆ ਕੀ ਹੈ ਕਿ ਪਾਕਿਸਤਾਨ ਦੇ ਵੀਜ਼ਾਸ 40% ਘਟੇ ਤੇ ਇੰਡੀਆ ਦੇ ਵੀਜ਼ਾਸ 28% ਇਨਕਰੀਜ਼ ਹੋਏ। ਓਕੇ। ਔਰ ਅਗਰ ਤੁਸੀਂ ਪਾਕਿਸਤਾਨ ਦੇ ਨੰਬਰ ਵੇਖੋਗੇ, ਪਾਕਿਸਤਾਨ ਦੇ ਵਿੱਚ 6500 ਵੀਜ਼ਾ ਲਾਈਕ ਪਰ ਮੰਥ ਇਸ਼ੂ ਹੁੰਦਾ ਸੀ ਜੀ। ਔਰ ਉਹ ਵੀਜ਼ਾ ਉਹਨਾਂ ਨੇ 3925 ਸਮਥਿੰਗ ਇਦਾਂ ਦੀ ਫਿਗਰ ਹੈ ਜਿਹੜੀ ਉਹ ਉਹਨਾਂ ਨੇ ਇਸ਼ੂ ਕਰਨਾ ਸ਼ੁਰੂ ਕਰਤਾ। ਔਰ ਲਾਈਕ ਸੋ ਇਸ ਨੂੰ ਕਿਹਾ ਜਾਂਦਾ ਕਿ ਉਹਨਾਂ ਦੇ ਵੀਜ਼ਾਸ ਕਾਫੀ ਘਟੇ ਆ। ਸੋ ਜਦੋਂ ਇੰਡੀਅਨਸ ਦੀ ਵਾਰੀ ਆਉਂਦੀ ਹੈ, ਇੰਡੀਅਨਸ ਦੇ ਵਿੱਚ ਤੁਸੀਂ ਵੇਖੋਗੇ ਨਾਨ ਇਮੀਗ੍ਰੈਂਟ ਵੀਜ਼ਾਸ ਜਿਹੜੇ ਆ ਉਹ ਉਹਨਾਂ ਨੇ 2 ਮਹੀਨੇ ਦਾ ਅੰਕੜਾ ਦਿੱਤਾ ਪਿਆ ਕਿ 1 ਮਹੀਨੇ ਦੇ ਵਿੱਚ ਉਹਨਾਂ ਨੇ 87000 ਵੀਜ਼ਾ ਇਸ਼ੂ ਕੀਤੇ। ਸੋ ਨੈਕਸਟ ਵੀਜ਼ਾ ਦੇ ਵਿੱਚ ਉਹਨਾਂ ਨੇ 97000 ਵੀਜ਼ਾਸ ਇਸ਼ੂ ਕੀਤੇ। ਸੋ ਇਹਦਾ ਮੋਟਾ ਮਤਲਬ ਇਹ ਹੋ ਗਿਆ ਕਿ ਟਰੰਪ ਗਵਰਨਮੈਂਟ ਦੇ ਵਿੱਚ ਵੀ ਜਿਹੜੀ ਐਲੋਕੇਸ਼ਨ ਸੀ ਵੀਜ਼ਾਸ ਦੀ, ਜੀ, ਔਰ ਜਿਹੜੀ ਮੈਂ ਕਹਿੰਦਾ ਹਾਂ ਕਿ ਵੀ ਕ੍ਰਾਸਡ 1 ਮਿਲੀਅਨ ਵੀਜ਼ਾਸ, ਪੂਰੀ ਦੁਨੀਆ ਦੇ ਵਿੱਚ 10 ਮਿਲੀਅਨ ਵੀਜ਼ਾਸ ਯੂਐਸ ਇਸ਼ੂ ਕਰਦਾ ਹੈ ਨਾਨ ਇਮੀਗ੍ਰੈਂਟ, ਉਹ 'ਚੋਂ 1 ਮਿਲੀਅਨ ਕੱਲਾ ਇੰਡੀਆ ਦੇ ਲਈ ਹੈ। ਔਰ 1 ਮਿਲੀਅਨ ਦਾ ਤੁਸੀਂ ਅੰਕੜੇ ਨਾਲ ਤੁਸੀਂ ਤਾਲਮੇਲ ਵੇਖੋ ਕਿ ਅਗਰ ਸਾਨੂੰ 97000 ਵੀਜ਼ਾ 1 ਮਹੀਨੇ 'ਚ ਮਿਲਦਾ ਆ, ਜੀ, ਇਹਨੂੰ ਮੋਟਾ ਵੇਖੀਏ ਤਾਂ ਲੱਖ ਵੀਜ਼ਾ ਆ। ਸੋ ਇਸ ਹਿਸਾਬ ਨਾਲ ਤੁਸੀਂ ਵੇਖੋਗੇ ਕਿ ਟਰੰਪ ਗਵਰਨਮੈਂਟ ਨੇ ਵੀਜ਼ਾਸ ਦੇ ਵਿੱਚ ਅਸਲ 'ਚ ਕਟੌਤੀ ਨਹੀਂ ਕੀਤੀ। ਔਰ ਜੇ ਕਟੌਤੀ ਕੀਤੀ ਹੈ, ਬਿਕੋਜ਼ ਅਸੀਂ ਸੁਣਦੇ ਖਬਰਾਂ 'ਚ ਬਹੁਤ ਰਹੇ ਹਾਂ, ਕਟੌਤੀ ਕੀਤੀ ਹੈ ਤੇ ਉਹਨਾਂ ਨੇ ਕੁਝ ਮੁਸਲਿਮ ਕੰਟਰੀਜ਼ ਦੇ ਉੱਪਰ ਉਹਨਾਂ ਨੇ ਬੈਨ ਲਾਇਆ, ਟਰੈਵਲ ਬੈਨ ਸੀ ਉਹ, ਜੀ, ਔਰ ਉਹ ਵੀ ਹੁਣ ਹਟ ਗਿਆ ਆ। ਸੋ ਬਿਕੋਜ਼ ਅਮਰੀਕਾ ਨੇ ਕਿਹਾ ਕਿ ਅਸੀਂ ਰੇਸਿਸਟ ਨਹੀਂ ਹੋ ਸਕਦੇ। ਜੋ ਬਾਈਡਨ ਗਵਰਨਮੈਂਟ ਨੇ ਆਉਂਦਿਆਂ ਡਿਕਲੇਅਰ ਕੀਤਾ ਕਿ ਅਸੀਂ ਕਿਸੇ ਵੀ ਕੰਟਰੀ ਦੇ ਅਗੇਂਸਟ ਰੇਸਿਸਟ ਨਹੀਂ ਹੋ ਸਕਦੇ। ਸੋ ਉਹ ਬੈਨ ਹਟ ਗਿਆ ਹੁਣ। ਪਰ ਤੁਸੀਂ ਵੇਖੋ ਕਿ ਜਿਹੜਾ ਉਹਨਾਂ ਦੇ ਮੁਲਕਾਂ ਦੇ ਉੱਪਰ ਬੈਨ ਲਾਇਆ ਸੀ, ਪਾਕਿਸਤਾਨ ਦੇ ਵੀਜ਼ਾਸ ਘਟੇ ਸੀ ਤੇ ਇੰਡੀਆ ਨੂੰ ਤਾਂ ਫਾਇਦਾ ਹੋਇਆ ਦਾ। ਬਿਲਕੁਲ। ਸੋ ਸਾਡੇ ਤੋਂ ਪਹਿਲਾਂ ਚਾਈਨਾ ਦਾ ਕੋਟਾ ਜ਼ਿਆਦਾ ਹੁੰਦਾ ਸੀ, ਰਾਈਟ ਨਾਓ ਅਸੀਂ ਚਾਈਨਾ ਨੂੰ ਵੀ ਕ੍ਰਾਸ ਕਰ ਲਿਆ। ਸੋ ਇਸ ਟਾਈਮ ਦੁਨੀਆ ਅਗਰ ਅਮਰੀਕਾ ਦੀ ਗੱਲ ਕਰੀਏ ਤੇ ਜਿਹੜਾ ਮੋਸਟ ਫੇਵਰਡ ਨੇਸ਼ਨ ਆ ਇਨ ਟਰਮਸ ਆਫ ਵੀਜ਼ਾ ਉਹ ਇੰਡੀਆ ਆ। ਔਰ ਇਹਨੂੰ ਅਗੇਨ ਅਸੀਂ ਪੋਲੀਟੀਕਲੀ ਨਾ ਵੇਖੀਏ, ਅਗਰ ਇਹਨੂੰ ਪੋਲੀਟੀਕਲੀ ਵੇਖੋਗੇ ਦੈਨ ਵਿਲ ਫੀਲ ਕਿ ਸ਼ਾਇਦ ਮੋਦੀ ਸਾਹਿਬ ਗਏ ਕੋਈ ਝੰਡਾ ਗੱਡ ਆਏ ਜਾਂ ਟਰੰਪ ਸਾਹਿਬ ਇੱਥੇ ਆਏ ਤੇ ਸ਼ਾਇਦ ਉਹਦਾ ਕੁਝ ਫਰਕ ਪਿਆ। ਬਿਲਕੁਲ ਨਹੀਂ। ਅਸੀਂ ਫॉर द ਲਾਸਟ ਫਿਊ ਇਅਰਸ ਇੱਕ ਡਾਟਾ ਜਨਰੇਟ ਹੁੰਦਾ ਕਿ ਕਿਹੜਾ ਕਿੰਨੇ ਪੈਸੇ ਸਪੈਂਡ ਕਰਦਾ ਆ, ਐਂਡ ਇੰਡੀਅਨਸ ਦੇ ਸਪੈਂਡ ਮੋਸਟ ਮਨੀ ਦੈਨ ਐਨੀ ਅਦਰ ਨੈਸ਼ਨੈਲਿਟੀ। ਅਸੀਂ ਜੈਪਨੀਜ਼ ਤੋਂ ਵੱਧ ਪੈਸੇ ਖਰਚਦੇ ਹਾਂ, ਅਸੀਂ ਯੂਰਪੀਅਨਸ ਤੋਂ, ਬ੍ਰਿਟਿਸ਼ਰਸ ਤੋਂ, ਅਸੀਂ ਕੈਨੇਡੀਅਨਸ ਤੋਂ। ਜਿੰਨੇ ਲੋਕ ਅਮਰੀਕਾ ਘੁੰਮਣ ਜਾਂਦੇ ਆ ਉਹਦੇ ਵਿੱਚ ਸਭ ਤੋਂ ਵੱਧ ਜਿਹੜੇ ਪੈਸੇ ਸਪੈਂਡ ਕੀਤੇ ਉਹ ਇੰਡੀਅਨਸ ਨੇ ਕੀਤੇ। ਸੋ ਜਿਹੜੀ ਪਰ ਇੰਡੀਵਿਜੂਅਲ ਜਿਹੜੀ ਸਪੈਂਡਿੰਗ ਆ ਉਹ ਇੰਡੀਅਨਸ ਦੀ ਪੂਰੀ ਦੁਨੀਆ 'ਚ ਸਭ ਤੋਂ ਵੱਧ ਆ। ਤੇ ਮੈਂ ਪਹਿਲਾਂ ਕਿਹਾ ਸੀ ਕਿ ਬਾਣੀਏ ਪੁਣੇ ਦੇ ਆਧਾਰਿਤ ਹੈ। ਸੋ ਅਗਰ ਇੱਕ ਪਾਰਟੀਕੂਲਰ ਲੋਕ ਸਾਨੂੰ ਆ ਕੇ ਜ਼ਿਆਦਾ ਪੈਸਾ ਦਿੰਦੇ ਆ
ਤੇ ਸਾਨੂੰ ਥੋੜਾ ਬਹੁਤ ਇਹਨੂੰ ਵਧਾਉਣਾ ਪਏਗਾ ਤੇ ਬਾਕੀਆਂ ਨੂੰ ਥੋੜਾ ਬਹੁਤ ਘਟਾਉਣਾ ਪਏਗਾ। ਬਿਲਕੁਲ। ਸੋ ਦੈਟ ਇਜ਼ ਅ ਰੀਜ਼ਨ ਕਿ ਇੰਡੀਆ ਰੈਂਕਸ ਨੰਬਰ 1 ਇਨ ਟਰਮਸ ਆਫ ਗ੍ਰਾਂਟਿੰਗ ਜਿਹੜਾ ਨਾਨ ਇਮੀਗ੍ਰੈਂਟ ਵੀਜ਼ਾਸ ਜੀ। ਸੋ ਸਭ ਤੋਂ ਵੱਧ ਅਗਰ ਕਿਸੇ ਨੂੰ ਫਾਇਦਾ ਹੋ ਰਿਹਾ ਤਾਂ ਉਹ ਸਿਰਫ ਤੇ ਸਿਰਫ ਸਾਨੂੰ ਹੋ ਰਿਹਾ। ਔਰ ਤੁਸੀਂ ਵੇਖੋਗੇ ਜਿੱਦਾਂ ਹੀ ਥੋੜਾ ਬਹੁਤ ਤੁਹਾਨੂੰ ਸਮਾਂ ਦਿਸੂਗਾ ਕੋਵਿਡ ਵਾਲਾ ਰਿਲੈਕਸੇਸ਼ਨ ਦਿਸਣਗੀਆਂ ਜੀ। ਤੁਸੀਂ ਵੇਖੋ ਸਪੈਸ਼ਲੀ ਸਮਰ ਬੈਸਟ ਪੀਰੀਅਡ ਹੁੰਦਾ ਹੈ। ਸਮਰ ਦੇ ਵਿੱਚ ਯੂਐਸ ਵੀਜ਼ਾ ਸਭ ਤੋਂ ਵੱਧ ਆਉਂਦੇ ਆ। ਓਕੇ। ਔਰ ਆਉਣ ਵਾਲਾ ਟਾਈਮ ਤੁਸੀਂ ਵੇਖੋਗੇ ਇਹਦੇ 'ਚ ਤੁਸੀਂ ਜਿੱਦਾਂ 2017-18 ਦੇ ਤੁਸੀਂ ਜਦੋਂ ਆਸੇ-ਪਾਸੇ ਵੇਖਦੇ ਸੀ ਤੁਸੀਂ ਹਰ ਇੱਕ ਕਿਸੇ ਨਾ ਕਿਸੇ ਨੂੰ ਜਾਣਦੇ ਸੀ ਜਿਹਨੂੰ ਉਸ ਟਾਈਮ ਯੂਐਸ ਦਾ ਵੀਜ਼ਾ ਮਿਲਿਆ ਹੈ। ਸੋ ਆਸੇ-ਪਾਸੇ ਤੁਹਾਡੇ ਲੋਕ ਇੰਨੇ ਕੁ ਲੋਕ ਸੀ ਕਿ ਤੁਹਾਨੂੰ ਹਰ ਸਾਡੇ ਪਿੰਡ ਦਾ ਵੀ ਹੋ ਗਿਆ, ਫਲਾਣੇ ਦਾ ਵੀ ਹੋ ਗਿਆ। ਸੋ ਉਹ ਚੀਜ਼ਾਂ ਅਗੇਨ ਤੁਸੀਂ ਉਸੇ ਨੰਬਰ ਦੇ ਉੱਪਰ ਦੁਬਾਰਾ ਵੇਖੋਗੇ ਔਰ ਰਾਦਰ ਸ਼ਾਇਦ ਇਹ ਨੰਬਰ ਹੋਰ ਇਨਕਰੀਜ਼ ਵੀ ਹੋਣ। ਜੀ। ਜਿਵੇਂ ਨਾ ਲਾਸਟ ਆਪਣੇ ਪ੍ਰੋਗਰਾਮ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਕਿਸੇ ਨੇ ਮੈਸੇਜ ਕੀਤਾ ਸੀਗਾ, ਕਿਸੇ ਨੇ ਆਪਣਾ ਸਵਾਲ ਪੁੱਛਿਆ ਸੀ ਕਿ F4 ਕੈਟਾਗਰੀਜ਼ ਵਾਲਾ 21 ਸਾਲ ਵਾਲਾ ਜਾ ਸਕਦਾ ਹੈ, ਕਿ ਇਹਦੇ ਵਿੱਚ ਏਜ ਦਾ ਵੀ ਕੁਝ ਹੁੰਦਾ ਹੈ? ਹਾਂ, F4 ਹੁੰਦਾ ਬੇਸਿਕਲੀ ਜਿਹੜੇ ਏਲੀਅਨਸ ਬੋਲਿਆ ਜਾਂਦਾ ਸੀ ਇੱਕ ਵਰਡ ਕਿ ਜਿਹੜੇ ਰਿਸ਼ਤੇਦਾਰ ਨੇ ਲਾਈਕ ਕਿਸੇ ਦਾ ਵੀ ਕੋਈ ਅਮਰੀਕਾ 'ਚ ਰਹਿੰਦਾ ਆ ਔਰ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਕੈਟਾਗਰੀ ਨੂੰ ਜਦੋਂ ਭੈਣ ਭਰਾ ਮਾਂ ਪਿਓ ਹਨਾ, ਸੋ ਇਹੋ ਜਿਹੇ ਬੱਚੇ, ਸੋ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਸੀ ਉਹ 21 ਸਾਲ ਤੱਕ ਹੋ ਸਕਦੀ ਹੈ। ਜੀ। ਸੋ 21 ਸਾਲ ਦੀ ਉਮਰ ਹੈ, ਯੈਸ 21 ਸਾਲ ਤੱਕ ਡਿਪੈਂਡੈਂਟ ਜਿਹੜਾ ਜਾ ਸਕਦਾ ਹੈ। ਔਰ ਸ਼ਾਇਦ ਤੁਹਾਨੂੰ ਇਹਦੇ ਉੱਪਰ ਅਗੇਨ ਮੈਂ ਨਵੀਂ ਚੀਜ਼ ਦੱਸਦਾ, ਹੁਣ ਜਿਹੜੇ ਜੋ ਬਾਈਡਨ ਗਵਰਨਮੈਂਟ ਆ ਉਹਨਾਂ ਨੇ ਇਹ ਏਲੀਅਨ ਵਰਡ ਵੀ ਰਿਮੂਵ ਕਰਤਾ ਹੈ ਜੀ ਕਿ ਅਸੀਂ ਏਲੀਅਨਸ ਬਿਕੋਜ਼ ਏਲੀਅਨ ਦੂਜੇ ਗ੍ਰਹਿ ਤੋਂ ਆਉਣ ਵਾਲਾ ਬੰਦਾ ਲੱਗਦਾ ਹੈ। ਸੋ ਇਸ ਕਰਕੇ ਉਹਨਾਂ ਨੇ ਇਸ ਵਰਡ ਨੂੰ ਵੀ ਰਿਮੂਵ ਕਰਤਾ ਹੈ। ਹੁਣ ਏਲੀਅਨ ਸ਼ਾਇਦ ਤੁਹਾਨੂੰ ਇਮੀਗ੍ਰੇਸ਼ਨ ਦੇ ਪੇਪਰਾਂ ਵਿੱਚ ਅੱਖਰ ਦਿਸੇਗਾ ਨਹੀਂ ਆਉਣ ਵਾਲੇ ਸਮੇਂ ਤੋਂ। ਜੀ। ਸੋ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਪੰਜਾਬ ਅਬਰੋਡ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਤੁਹਾਡੇ ਸਵਾਲ ਜਿਹੜੇ ਸੀ ਤੁਸੀਂ ਇਨਬਾਕਸ ਦੇ ਵਿੱਚ ਕੀਤੇ ਹੋਏ ਸੀ, ਸਾਨੂੰ ਕਮੈਂਟ ਬਾਕਸ ਦੇ ਵਿੱਚ ਕੀਤੇ ਹੋਏ ਸੀ, ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਮਿਲ ਗਏ। ਜੇ ਅਗਰ ਤੁਹਾਡੇ ਮਨ ਦੇ ਵਿੱਚ ਹੋਰ ਵੀ ਕੋਈ ਸਵਾਲ ਹੈ ਕਿ ਤੁਸੀਂ ਬਾਹਰ ਜਾਣਾ ਹੈ, ਉਹਦੇ ਬਾਰੇ ਤੁਹਾਨੂੰ ਕੋਈ ਕਨਫਿਊਜ਼ਨ ਹੈ, ਕੋਈ ਕੁਐਰੀ ਹੈ, ਤਾਂ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਜਿਹੜਾ ਹੈ ਜ਼ਰੂਰ ਕਰ ਸਕਦੇ ਹੋ। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਸਨ ਅਰਵਿੰਦਰਪਾਲ ਜੀ ਰਾਇਲ ਟਰੈਵਲਸ ਤੋਂ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।